ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅਬੋਹਰ ਚਿੱਕੋ ਰਾਤ ਲੁੱਟ-ਖੋਹ ਦੀਆਂ 4-5 ਵਾਰਦਾਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਪ੍ਰਿੰਸ ਕੁਮਾਰ ਵਾਸੀ ਪ੍ਰੇਮਨਗਰ ਅਬੋਹਰ ਨੇ ਦੱਸਿਆ ਹੈ ਕਿ ਉਹ ਬੁੱਧਵਾਰ ਰਾਤ ਨੂੰ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਉੱਥੇ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ 2-3 ਲੜਕਿਆਂ ਨੇ उसका मोबाइल फोन खो के लै गए, जिस तो बाद उसने उसका पिछा भी किया, पर अगे उन्होंने कोई नुकीली तेजधार हथियार नाल वार कर दिता, जिस कारण रुक भी गया तो वह लुटेरे भज्जण विच कामयाब हो गए। मेरा नाम प्रिंस कुमार है जी। ठीक है। मैं प्रेमनगर 3 नंबर वासी है। तो रात में मैं संदीप वर्मा पेट्रोल पंप तो तेल पवाया, उत्थे 2 मिनट गल करन लगे जी, पिछों आके 3 मुंडिया ने मोबाइल खोलिया और मैं पिछे भी लाया जी बाइक उन्होंने, पर उन्होंने हत्थे 2 फुट की 2 फुट इन्नी लंबी समान है उन्होंने स्टील का, तो उन्होंने घुमा के मारी है पिछे, मैं बचते रह गई, मैं मोटरसाइकिल रोक लिया जी। उसके ले गए मोबाइल? हाँ जी, मोबाइल ले गए। मेरा नाम राजकुमार है जी। की वारदात की हुई? वारदात ये हुई जी, मैं 5:31 से बहुत साल फाटक तो टप्पिया, 5:40 के लगभग मैं हायर सेकेंडरी स्कूल के अगे पहुंचा। पार्क वाले गेट के अगे 3 जने आए, इस साइड तो रोंग साइड तो आके मेरे अगे मोटरसाइकिल रोकता, कार वाला तलवार वाला मुंडा मेरे बिल्कुल नाल आके खड़ा हो गया, संतरी रंग की कोटी पाई सी वो सामने आके खड़ा हो गया, मोटरसाइकिल चला रहा सी वो मुंडा खब्बे आके खड़ा हो गया, आके मैनू कहते काका पैसे कट तेरे जिन्ने है, मैं मेरे को है, मेरे को हाल है, मतलब पैसे मंडी चलने सारे पैसे किधर बड़े ने, मंडी सौदा लेना इन्ने पैसे तेरे को कट जल्दी कर, मैं कहा ही नहीं, और उन्हें तलवार चक्की कहना पैर तो तू मरेगा, मैनू लगता पैसे लोड़िया गाल गड्डी गंदी, तो फिर उस तो बाद उन्हें तलवार जो इत्थे रखी, मैं गल भाई 10 दिन हो गए। ਇਹ ਜਿਹੜੀ ਵਾਰਦਾਤ ਦਾ ਇੰਸੀਡੈਂਟ ਜਿਹੜਾ ਚੱਲਿਆ ਹੈ ਅਪਰੋਕਸੀਮੇਟਲੀ 15th ਆਫ ਦਸੰਬਰ ਤੋਂ ਚੱਲਿਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਵਾਰਦਾਤਾਂ ਜਿਹੜੀ ਅਸੀਂ ਟਰੈਕ ਡਾਊਨ ਵੀ ਕੀਤੀਆਂ ਹੈਗੀਆਂ ਤੇ ਉਸ 'ਚ FIR ਦੀ ਡਿਟੇਲਸ ਮੈਨੂੰ ਨਹੀਂ ਪਤਾ ਹੈਗੀ। ਇੱਕ ਤਾਂ ਜਿਵੇਂ ਉਹ ਜਿਹੜੀ ਪ੍ਰਾਈਵੇਟ ਟੀਚਰ ਤੋਂ ਪਰਸ ਖੋਇਆ ਸੀਗਾ ਉਹਦੇ ਵਿੱਚ ਕੋਕੇ ਵਗੈਰਾ ਸਮਾਨ ਸੀਗਾ ਉਹ ਵੀ ਅਸੀਂ ਟਰੈਕ ਡਾਊਨ ਕੀਤੀ ਹੈ। ਉਸ ਤੋਂ ਇਲਾਵਾ 2-3 ਵਾਰਦਾਤਾਂ ਹੋਰ ਸੀਗੀਆਂ, ਮੋਟਰਸਾਈਕਲ ਚੋਰੀ ਹੋਏ ਸੀਗਾ, ਅਸੀਂ ਉਹ ਵੀ ਬੰਦੇ ਫੜੇ ਹੈਗੇ ਆ। ਅੱਜ ਸਵੇਰ ਵੀ ਅਸੀਂ ਕੁਝ ਬੰਦੇ ਰਾਉਂਡ ਅਪ ਕੀਤੇ ਆ ਤੇ ਉਹਨਾਂ ਦਾ ਵੀ ਅਸੀਂ ਜਿਹੜੀ ਕਾਰਵਾਈ ਕਰ ਲਾਂਗੇ। ਫਿਰੋਜ਼ਪੁਰ ਵਿੱਚ ਇੰਡੋ ਪਾਕ ਬਾਰਡਰ ਤੇ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਲਗਾ ਦਿੱਤੇ ਹਨ ਤੇ ਪੁਲਿਸ ਮੁਤਾਬਿਕ ਇਹ ਨਾਕੇ 15 ਥਾਵਾਂ ਤੇ ਲਗਾਏ ਗਏ ਹਨ ਤਾਂ ਜੋ ਹਰ ਗਲਤ ਘਟਨਾ ਨੂੰ ਰੋਕਿਆ ਜਾ ਸਕੇ। ਇਸ ਬਾਬਤ ਬੋਲਦਿਆਂ SSP ਕੰਵਰਦੀਪ ਕੌਰ ਨੇ ਕਿਹਾ ਹੈ ਕਿ ਇਹ ਨਾਕੇ BSF ਦੀ ਸਹਿਮਤੀ ਨਾਲ ਲੱਗੇ ਹਨ। ਟੈਂਟ ਵਗੈਰਾ ਲਗਾਏ, ਇਹਦਾ ਕੀ ਕਾਰਨ ਹੈ? ਕੁਝ ਸਾਡੇ ਵੱਲੋਂ ਜੀ ਪੰਜਾਬ ਪੁਲਿਸ ਵੱਲੋਂ ਸੈਕੰਡ ਲਾਈਨ ਆਫ ਡਿਫੈਂਸ ਤੇ ਐਕਸਟਰਾ ਡਿਪਲੋਇਮੈਂਟ ਕਰਕੇ ਤਕਰੀਬਨ 100 ਆਫਿਸਰਸ ਦੀ ਐਕਸਟਰਾ ਡਿਪਲੋਇਮੈਂਟ ਕਰਕੇ ਪੂਰਾ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਡਿਸਟ੍ਰਿਕਟ ਫਿਰੋਜ਼ਪੁਰ 'ਚ ਪੈਂਦਾ ਹੈ ਉੱਥੇ ਅਸੀਂ ਕਵਰ ਕੀਤਾ ਇਹਨੂੰ। ਤਕਰੀਬਨ 100 ਆਫਿਸਰ ਸਾਡੇ 15 ਅਲੱਗ-ਅਲੱਗ ਜਗ੍ਹਾ ਤੇ ਲੱਗੇ ਹੋਏ ਆ ਜਿੱਥੇ ਪੱਕਾ ਨਾਕਾ ਹੈ ਤੇ ਸਾਡੇ ਕੁਝ ਮੋਬਾਈਲ ਨਾਕੇ ਵੀ ਹੈ ਜਿਹੜੇ ਚੇਂਜ ਕਰ ਕਰਕੇ ਸਰਪ੍ਰਾਈਜ਼ ਚੈਕਿੰਗ ਸਾਰੀ ਜਗ੍ਹਾ ਕਰਦੇ ਹੈ। ਇਸ ਤੋਂ ਇਲਾਵਾ ਜਿਹੜੇ ਇਹਨਾਂ 'ਚੋਂ ਹੋਰ ਆਫਿਸਰਸ ਹੈ ਪੂਰੇ ਡਿਸਟ੍ਰਿਕਟ ਦੀ ਜਿਹੜੀ ਮੇਨ ਰੋਡਸ ਪੈਂਦੀਆਂ GT ਰੋਡ, ਸਟੇਟ ਹਾਈਵੇਜ਼, ਨੈਸ਼ਨਲ ਹਾਈਵੇਜ਼, ਉੱਥੇ ਵੀ ਅਸੀਂ RRPRS ਗੱਡੀਆਂ ਦੇ ਥਰੂ ਉਹਨਾਂ ਨੂੰ ਕਵਰ ਕੀਤਾ ਹੈ। ਤੇ ਜਿਹੜੀ ਐਕਸਟਰਾ ਡਿਪਲੋਇਮੈਂਟ ਹੈ ਇਸ ਕਰਕੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਜਿਹੜੀ ਬਾਰਡਰ ਤੋਂ ਐਮੀਨੇਟ ਹੋ ਰਹੀ ਹੈ ਉਹ ਕਿਤੇ ਵੀ ਅੱਗੇ ਜਾ ਕੇ ਕੋਈ ਸਮਾਨ, ਕੋਈ ਸਮਗਲਿੰਗ ਰੂਟਸ ਇੱਥੋਂ ਨਾ ਬਣ ਸਕਣ। ਤੇ ਸਾਨੂੰ ਜਿਹੜੇ ਆਪਣੇ ਡਿਪਲੋਇਮੈਂਟ ਹੋਈ ਹੈ ਲੋਕਾਂ ਵੱਲੋਂ ਵੀ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਤੇ ਕਾਫੀ ਇਹਦੇ ਨਾਲ ਫਰਕ ਵੀ ਹੈ। ਮੈਮ ਜਿਹੜੇ ਬਾਰਡਰ ਦੀ ਗੱਲ ਕਰੀਏ, ਬਾਰਡਰ ਦੇ ਉੱਪਰ ਡਰੋਨਸ ਆਉਂਦੇ ਸੀਗੇ ਜਾਂ ਕੋਈ ਅੱਗੇ ਫੋਰਸ ਜਿਹੜੀ BSF ਲੱਗੀ ਹੈ, BSF ਕਰਦੀ, ਉਹਦੀ ਪੁਲਿਸ ਨਾਲ ਕਿੰਨੀ ਕੋਆਰਡੀਨੇਸ਼ਨ ਹੈ ਤੇ ਪੁਲਿਸ ਅੱਗੇ ਜਾ ਕੇ ਜਾਂ ਉਹ ਅੱਗੇ ਇਤਲਾਹ ਦੇ ਕੇ ਕਿੰਨਾ ਕਵਰ ਕਰ ਸਕਦੀ? ਸਾਡੀ ਜੀ BSF ਤੇ ਆਰਮੀ ਅਥਾਰਟੀਜ਼ ਨਾਲ ਪੂਰੀ ਕੋਆਰਡੀਨੇਸ਼ਨ ਹੈ। ਇਹ ਜਿਹੜੇ ਨਾਕਾ ਪੁਆਇੰਟਸ ਪਿਕਟਸ ਅਸੀਂ ਬਣਾਏ ਹੈ BSF ਨਾਲ ਕੋਆਰਡੀਨੇਸ਼ਨ 'ਚ ਬਣਾਏ ਹੈ। ਸਾਰੇ ਪੁਆਇੰਟਸ ਜਾਂ ਤਾਂ ਪੰਜਾਬ ਪੁਲਿਸ ਜਾਂ BSF ਵੱਲੋਂ ਕਵਰ ਹੈ, ਕੋਈ ਵੀ ਇਸ ਤਰ੍ਹਾਂ ਦਾ ਪੁਆਇੰਟ ਨਹੀਂ ਹੈ ਜਿਹੜਾ ਨਹੀਂ ਕਵਰ ਹੋ ਰਿਹਾ। ਤਾਂ ਜਿਹੜੇ ਬਾਰਡਰ ਤੋਂ ਰੂਟਸ ਨਿਕਲਦੇ ਆ ਕੇ ਜਿਹੜੀ ਵੀ ਰੋਡਸ ਤੇ ਚੜ੍ਹਦੇ ਆ ਸਾਰੀ ਜਗ੍ਹਾ ਸਾਡੀ ਕਵਰਡ ਹੈ। ਪੁਆਇੰਟਸ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਸੀਕ੍ਰੇਟ ਸਾਡਾ ਆਪਰੇਸ਼ਨ ਹੈ, ਬਟ ਇਹ ਪਰਮਾਨੈਂਟਲੀ ਕਵਰਡ ਹੈ ਔਰ ਕੁਝ ਮੋਬਾਈਲ ਪੈਟਰੋਲਿੰਗ ਨਾਲ BSF ਨਾਲ ਮਿਲ ਕੇ ਅਸੀਂ ਸਾਰਾ ਕਵਰ ਕਰ ਰਹੇ ਹਾਂ। ਤੇ ਕੋਈ ਵੀ ਡਰੋਨ ਐਕਟੀਵਿਟੀ ਜਿਹੜੀ ਹੁੰਦੀ ਹੈ ਇਮੀਡੀਏਟਲੀ ਅਸੀਂ ਜਾ ਕੇ ਚੈਕਿੰਗ ਕਰਾਉਂਦੇ ਹਾਂ ਤੇ ਇਹ ਸ਼ੋਰ ਕੀਤਾ ਜਾਂਦਾ ਕਿ ਕੋਈ ਵੀ ਇੱਥੋਂ ਲੀਕੇਜ ਨਾ ਹੋ ਸਕੇ। ਇਹ ਬਾਰਡਰ ਏਰੀਆ 'ਚ ਕਿੰਨੀਆਂ ਤਰ੍ਹਾਂ ਦੇ ਮੈਡਮ ਇਹ ਨਾਕੇ ਲਾਏ ਗਏ ਹੈ ਜਾਂ ਟੈਂਟ ਲਾ ਕੇ ਤੁਸੀਂ? ਜਿਵੇਂ ਮੈਂ ਦੱਸ ਰਹੀ ਹਾਂ ਕਿ 15 ਜਿਹੜੇ ਹੈ ਪਰਮਾਨੈਂਟ ਪਿਕਟ ਸਾਡੇ ਲੱਗੇ ਹੋਏ ਆ, ਟੈਂਟ ਲਾ ਕੇ ਤੁਸੀਂ ਦੇਖ ਸਕਦੇ ਹੋ ਚੰਗੀ ਡਿਪਲੋਇਮੈਂਟ ਹੈ, ਨਾਕਾ ਲੱਗਿਆ ਹੋਇਆ ਹੈ। ਪੂਰੇ ਡਿਸਟ੍ਰਿਕਟ 'ਚ 15 ਇਸ ਤਰ੍ਹਾਂ ਦੇ ਆ ਤੇ 15 ਸਾਡੀ ਮੋਬਾਈਲ ਪੈਟਰੋਲਿੰਗਸ ਹੈ ਜਿਹੜੀ ਬਾਈਕਸ ਤੇ ਮੋਬਾਈਲ ਪੈਟਰੋਲਿੰਗ ਰਹਿੰਦੀ ਹੈ ਤੇ ਉਹ ਕਿਤੇ ਵੀ ਸਰਪ੍ਰਾਈਜ਼ ਚੈਕਿੰਗ ਕਰਕੇ ਕਿਤੇ ਵੀ ਆਪਣਾ ਨਾਕਾ ਸੈਟਅਪ ਕਰਕੇ ਉਹ ਚੈਕਿੰਗ ਕਰ ਰਹੇ ਹੈ ਤੇ ਉਹਨਾਂ ਨਾਲ BSF ਦੇ ਅਫੀਸ਼ੀਅਲਸ ਵੀ ਨਾਲ ਉਹਨਾਂ ਦੇ ਚੈਕਿੰਗ ਕਰਦੇ ਹਨ। ਪਿੰਡ ਪੰਜਾਵਾ ਵਿੱਚ ਨਵੇਂ ਬਣਾਏ ਜਾ ਰਹੇ ਖਾਲਿਆਂ ਵਿੱਚ ਕਿਸਾਨਾਂ ਵੱਲੋਂ ਮਾੜਾ ਮਟੀਰੀਅਲ ਵਰਤਣ ਤੇ ਦੋਸ਼ ਲਗਾਏ। ਜਾਣਕਾਰੀ ਦਿੰਦੇ ਹੋਏ ਪਿੰਡ ਪੰਜਾਵਾ ਦੇ ਕਿਸਾਨ ਗੁਰਵੰਤ ਸਿੰਘ ਨੇ ਦੱਸਿਆ ਹੈ ਕਿ ਮੋਗਾ ਨੰਬਰ 74200 ਦਾ 17 ਕਿੱਲੇ ਖਾਲ ਨਵਾਂ ਬਣਨਾ ਸੀ ਤੇ ਵਿਭਾਗ ਵੱਲੋਂ ਇਸ ਨੂੰ ਨਵਾਂ ਬਣਾਉਣ ਲਈ ਪੁਰਾਣੇ ਖਾਲ ਨੂੰ ਢਾਇਆ ਗਿਆ, ਪਰ ਲਗਭਗ 1.5 ਮਹੀਨਾ ਬੀਤ ਜਾਣ ਦੇ ਵੀ
ਇਸ ਨੂੰ ਤਿਆਰ ਨਹੀਂ ਕੀਤਾ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਇਸ ਖਾਲ ਨੂੰ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਮਟੀਰੀਅਲ ਘਟੀਆ ਹੋਣ ਕਾਰਨ ਕਿਸਾਨਾਂ ਦੇ ਵਿਰੋਧ ਕਰਨ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਗਣਵੰਤ ਜੀ ਇਹ ਜੀ ਪਿੰਡ ਪੰਜਾਵਾ ਦਾ ਜਿਹੜਾ ਮੋਗਾ ਨੰਬਰ 74200 ਦੇ ਵਿੱਚ ਜਿਹੜਾ 17 ਕਿੱਲੇ ਸਰਕਾਰ ਵੱਲੋਂ ਖਾਲਾ ਅਸੀਂ ਜਿਹੜੇ 10% ਪੈਸੇ ਭਰ ਕੇ ਜਿਹੜਾ ਖਾਲਾ ਮਨਜ਼ੂਰ ਕਰਵਾਇਆ ਸੀ। ਸਰਕਾਰ ਵੱਲੋਂ ਖਾਲੇ ਆਏ ਵੀ ਨੇ, ਪਿਛਲੇ ਦਿਨਾਂ ਚੇਅਰਮੈਨ ਸਾਹਿਬ ਵੀ ਇੱਥੇ ਆ ਕੇ ਗਏ ਨੇ, ਉਦਘਾਟਨ ਕਰਕੇ ਗਏ ਸੀ। ਪਰ ਇਸ ਖਾਲ ਨੂੰ ਲਗਭਗ ਸਵਾ ਮਹੀਨਾ ਤੋਂ ਲੈ ਕੇ ਤਕਰੀਬਨ ਇਸ ਖਾਲ ਨੂੰ ਪੱਟ ਕੇ ਵੀ ਮਹਿਕਮੇ ਵੱਲੋਂ ਇਹ ਖਾਲਾ ਪਟਾਇਆ ਗਿਆ ਸੀ। ਸਵੇ ਮਹੀਨੇ ਤੋਂ ਬਾਅਦ ਹੁਣ ਤੱਕ ਇਸ ਖਾਲ ਦੇ ਵਿੱਚ ਪਹਿਲਾਂ 15-20 ਦਿਨ ਪਟਾਏ ਤੋਂ ਪਹਿਲਾਂ ਖਾਲਾ ਉਵੇਂ ਪਿਆ ਰਿਹਾ। ਉਸ ਤੋਂ ਬਾਅਦ ਇੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਮਟੀਰੀਅਲ ਭੇਜਿਆ ਗਿਆ ਉਹ ਇੰਨਾ ਕੁ ਮਾੜਾ ਮਟੀਰੀਅਲ ਸੀ ਕਿ ਸਾਡੇ ਰੋਕਦੇ ਵੀ 1 ਕਿੱਲਾ ਬੈੱਡ ਬਣਾ ਗਏ, ਜਿਸ ਤੇ ਪੂਰੀ ਤਰ੍ਹਾਂ 2 ਨੰਬਰ ਦੀਆਂ ਇੱਟਾਂ ਲਾ ਕੇ ਪ੍ਰਸ਼ਾਸਨ ਬਣਿਆ। ਅਸੀਂ ਫਿਰ ਆ ਕੇ ਤੇ ਰੋਕਿਆ ਤੇ ਜਿਹੜਾ ਪ੍ਰਸ਼ਾਸਨ ਨੂੰ ਬਾਅਦ 'ਚ ਜਿਹੜੀਆਂ ਇੱਥੋਂ ਲਗਭਗ 15,000 ਦੇ ਕਰੀਬਨ ਇੱਥੇ ਇੱਟ ਆਈ ਸੀ, ਜਿਹੜੀ ਵਿੱਚੋਂ ਤਕਰੀਬਨ ਬਾਕੀ ਤਾਂ ਉਠਾ ਕੇ ਵਾਪਸ ਲੈ ਗਏ, ਤਾਂ ਥੋੜੀ ਬਹੁਤ ਢਾਲੇ ਵੀ ਇੱਥੇ ਪਈ ਆ। ਪਰ ਅੱਜ ਉਸ ਗੱਲ ਨੂੰ ਵੀ 15 ਦਿਨ ਹੋ ਗਏ, ਸਾਨੂੰ ਮਹਿਕਮੇ ਨੇ ਇਹ ਗੱਲ ਕਹੀ ਸੀ ਕਿ ਅਸੀਂ ਅੱਜ ਇੱਟਾਂ ਚੁਕਾ ਰਹੇ ਹਾਂ, ਸਵੇਰੇ ਤੁਹਾਡਾ ਇੱਥੇ ਨਵਾਂ ਇੱਟਾਂ ਆ ਜਾਣਗੀਆਂ ਤੇ ਕੰਮ ਸ਼ੁਰੂ ਹੋ ਜਾਊਗਾ। ਪਰ ਅੱਜ ਉਸ ਗੱਲ ਨੂੰ ਵੀ 15 ਤੋਂ 20 ਦਿਨ ਦੇ ਲਮਸਲਮ ਹੋ ਗਿਆ, ਜਿਹੜਾ ਨਾ ਇੱਥੇ ਕੋਈ ਇੱਟਾਂ ਆਈਆਂ ਨਾ ਕੋਈ ਮਟੀਰੀਅਲ ਆਇਆ। ਜਿਹੜਾ ਮੇਨ ਕਾਰਨ ਹੈ, ਜਿਹੜਾ ਇੱਥੇ ਜਿਹੜੀ ਜਦੋਂ ਦੀ ਸਰਕਾਰ ਬਣੀ ਭਗਵੰਤ ਮਾਨ ਜੀ ਨੇ ਜਦੋਂ ਇਹ ਕਿਹਾ ਸੀ ਵੀ ਸਾਡੀ ਸਰਕਾਰ ਦੇ ਵਿੱਚ ਅਸੀਂ ਕਰਪਸ਼ਨ ਨੂੰ ਨਹੀਂ, ਇਹਨਾਂ ਨੇ ਆਉਂਦਾ ਇੱਕ ਆਪਣਾ ਮੰਤਰੀ ਵੀ ਉਹਨੂੰ ਆਪਣਾ ਬਰਖਾਸਤ ਕੀਤਾ ਸੀ। ਪਰ ਇੱਥੇ ਕੀ ਹੈ, ਇੱਥੇ ਪੂਰਨ ਤੌਰ ਤੇ ਜਿਹੜਾ ਸੱਤਾਧਾਰੀ ਦੇ ਜਿਹੜੇ ਇਹਨਾਂ ਦੇ ਨੁਮਾਇੰਦੇ ਆ, ਉਹਨਾਂ ਨੇ ਹਿੱਸਾ ਪੰਥੀਆਂ ਦਾ ਜਿਹੜਾ ਵੱਡਾ ਕਪੜਾ ਇੱਥੇ ਸ਼ੁਰੂ ਕੀਤਾ। ਜਿੰਨਾ ਟਾਈਮ ਉਹ ਨਹੀਂ ਮੁੱਕਦਾ, ਚੰਗਾ ਮਟੀਰੀਅਲ, ਚੰਗਾ ਕਿਸਾਨਾਂ ਨੂੰ ਚੰਗੇ ਖਾਲੇ ਨਹੀਂ ਮਿਲ ਸਕਦੇ। ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਤੇ ਜਾਂਚ ਕਰਵਾਈ ਜਾਵੇ। ਜਿਹੜਾ ਪੈਸਾ ਤੁਸੀਂ ਸਾਡੇ ਲਈ ਭੇਜਿਆ ਹੈ, ਉਹ ਨਾਬਾਰਡ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਖਾਲਿਆਂ ਤੇ ਆਉਣ। ਜਿਹੜਾ ਸਰਕਾਰਾਂ ਨੇ ਪੈਸਾ ਸਾਨੂੰ ਲਮਸਮ 40 ਸਾਲਾਂ ਬਾਅਦ ਭੇਜਿਆ ਹੈ, ਉਸ ਪੈਸਾ ਵਿਅਰਥ ਨਾ ਜਾਵੇ ਤੇ ਕਿਸਾਨਾਂ ਨੂੰ ਇਹਨਾਂ ਦਾ ਲਾਭ ਮਿਲੇ। ਧੰਨਵਾਦ। ਮੈਂ ਨਵਨੀਤ ਕੁਮਾਰ, ਆ ਸ਼ਾਖ ਜੀ 17 ਕਿੱਲੇ ਬਣ ਰਹੀ ਹੈ, ਇੱਥੋਂ ਲੈ ਕੇ ਲੰਮੀ ਆਪਣੇ ਖੇਤ ਦੇ ਵਿੱਚ ਦੀ ਜਾ ਰਹੀ ਹੈ ਜੀ। ਟੋਟਲ ਇਸ ਦੇ ਵਿੱਚ ਬਹੁਤ ਹੀ ਮਟੀਰੀਅਲ ਮਾੜਾ ਲੱਗ ਰਿਹਾ ਜੀ, ਵੀ ਇਹ 2 ਨੰਬਰ ਦਾ ਮਟੀਰੀਅਲ ਲੱਗ ਰਿਹਾ। ਇਹਦੇ ਵਿੱਚ ਇੱਟਾਂ ਇੱਕ ਦਿਨ ਆਈਆਂ 15,000, ਉਹਨਾਂ ਦੇ ਰੋਕਣ ਦੇ ਬਾਵਜੂਦ ਅਸੀਂ ਰੋਕਿਆ। ਉਸ ਤੋਂ ਬਾਅਦ ਉਹਨਾਂ ਨੇ ਅੱਧਾ ਕਿੱਲਾ ਬੈੱਡ ਲਾ ਕੇ, ਉਸ ਤੋਂ ਬਾਅਦ ਬਾਕੀ ਕੁਝ ਇੱਟਾਂ ਉਠਾ ਕੇ ਲੈ ਗਏ। ਕੋਈ 1000-1500 ਇੱਟ ਪਈ ਹੈ ਜੀ। ਬਹੁਤ ਹੀ ਮਾੜਾ ਮਟੀਰੀਅਲ ਲੱਗ ਰਿਹਾ ਜੀ। ਇੱਥੇ ਕੰਮ ਕਰਨ ਬੰਦ ਇਸ ਤਰ੍ਹਾਂ ਜੀ, ਉੱਥੇ ਮਟੀਰੀਅਲ ਦੀ ਸ਼ਾਰਟੇਜ ਸੀ ਪਹਿਲਾਂ ਜੀ। ਇੱਕ ਤਾਂ ਆਪਣੇ ਰੇਤਾਂ ਖੱਡਾਂ ਬੰਦ ਪਈਆਂ, ਜਿਹੜੀ ਸਰਕਾਰੀ ਖੱਡ ਤੁਸੀਂ ਲੈਂਦੇ ਆ ਰੇਤਾ ਜੀ, ਆਪਣੀ ਕੁਐਰੀ ਲੈਂਦੇ ਆ ਜੀ। ਦੂਸਰੀ ਗੱਲ, ਉੱਥੇ ਮਟੀਰੀਅਲ ਦੀ ਮਾੜਾ ਆਇਆ ਸੀ, ਇਸ ਕਰਕੇ ਅਸੀਂ ਕੰਮ ਬੰਦ ਕਰਵਾ ਦਿੱਤਾ। ਉੱਥੇ ਵਿਰੋਧ ਇੱਟਾਂ 'ਚ ਅਸੀਂ ਜੋ ਚੈਕਿੰਗ ਕੀਤੀ ਉਹਨਾਂ ਦੀ ਕੰਮ ਦੀ, ਉਹ ਇੱਟਾਂ ਵੀ ਮਾੜੀਆਂ ਸੀ, ਉਹ ਰਿਜੈਕਟ ਕਰਤੀਆਂ ਸੀਗੀਆਂ। ਥੋੜ੍ਹਾ ਬੈੱਡ ਲਗਾਇਆ ਸੀ 30 ਮੀਟਰ ਦਾ, ਉਸ ਤੋਂ ਬਾਅਦ ਕੰਮ ਬੰਦ ਕਰਤਾ ਕਿਉਂਕਿ ਮਟੀਰੀਅਲ ਮਾੜਾ ਸੀਗਾ ਜੀ। ਚੰਗਾ ਮਟੀਰੀਅਲ ਲਵਾਉਣ ਤੋਂ ਬਾਅਦ ਹੀ ਕੰਮ ਅਸੀਂ ਚਲਾਵਾਂਗੇ ਦੁਬਾਰਾ ਜੀ। ਕਦੋਂ ਤੱਕ ਉਮੀਦ ਹੈ ਚਲਾਉਂਗੇ ਕੰਮ? ਦੇਖੋ ਜੀ 1-2 ਦਿਨ 'ਚ ਤਾਂ ਇੱਕ ਖੱਡ ਪਰਸੋਂ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਖੱਡ ਚੱਲੇਗੀ ਫਾਈਲਕਾ ਦੇ ਵਿੱਚ ਜੀ। ਉਸ ਤੋਂ ਬਾਅਦ ਮਟੀਰੀਅਲ ਦੀ ਜਦੋਂ ਮਟੀਰੀਅਲ ਲੈ ਕੇ ਆਏਗਾ ਠੇਕੇਦਾਰ ਨਵਾਂ ਜੀ, ਉਹ ਟੈਸਟਿੰਗ ਸਰਕਾਰੀ ਕਾਲਜ ਤੋਂ ਕਰਾਉਣ ਤੋਂ ਬਾਅਦ ਹੀ ਉਹਦਾ ਕੰਮ ਚਲਾਇਆ ਜਾਏਗਾ। ਅਬੋਹਰ ਦਾਣਾ ਮੰਡੀ ਦੇ ਪਿੱਛੇ ਅਜੀਤਨਗਰ ਮੁਹੱਲੇ ਵਿੱਚ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਦੁੱਲੇ ਖਾਂ ਕਿਵੇਂ ਲੱਗੀ ਅੱਗ, ਪਤਾ ਲੱਗਿਆ ਕੋਈ ਕਾਰਨ? ਪਤਾ ਨਹੀਂ ਲੱਗਿਆ ਨਾ। ਕਿੰਨੇ ਟਰਾਲੀਆਂ ਸੀਗੀਆਂ ਪਰਾਲੀ ਦੀਆਂ? ਸੀਗੀ 50 ਟਰਾਲੀ। ਅੱਛਾ, ਇਹ ਸਾਡੀ ਗਵਾਂਢ ਸੀਗੀ, 2 ਘਰਾਂ ਦੀ ਸੀਗੀ। 2 ਘਰਾਂ ਦੀ 30-35 ਟਰਾਲੀ ਪਰਲਾਂ ਦੀ ਸੀਗੀ। ਸਾਰੇ ਅੱਗ ਲੱਗੀ? ਸਾਰਿਆਂ ਨੂੰ। ਕਿੰਨੇ ਵੀ ਲੱਗੀ ਅੱਗ? ਇਹ ਸਿਰੇ ਹੀ ਲੱਗੀ ਅੱਗ। ਕੋਈ ਪਤਾ ਨਹੀਂ ਲੱਗਿਆ ਕਿੰਨੇ ਵੀ ਲੱਗੀ? 5-6 ਵਜੇ ਦੀ ਗੱਲ ਹੈ। ਹਾਂ 5-6 ਵਜੇ ਦੀ ਗੱਲ। ਸਾਰੀਆਂ ਸਵਾਹ ਹੋ ਗਈਆਂ? ਸਾਰੀਆਂ ਸਵਾ ਗਏ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਨੂੰ ਬਹੁਤ ਹੋ ਗਿਆ। ਇਹ ਪਸ਼ੂਆਂ ਦੇ ਖਾਣ ਵਾਸਤੇ ਰੱਖੀ ਸੀਗੀ ਜੀ। ਸਾਡਾ ਯੂਨਿਟ ਗ੍ਰੇਡਿੰਗ ਯੂਨਿਟ ਲਾਇਆ ਇੱਥੇ, ਤੇ ਇੱਥੇ ਕੀ ਹੈ ਵੀ ਪਤਾ ਨਹੀਂ ਲੱਗਿਆ। ਸਵੇਰੇ 5-6 ਵਜੇ ਜਿਹੜੇ ਆਏ ਬੰਦੇ ਆ ਕੇ ਵੇਖਿਆ ਤੇ ਅੱਗ ਲੱਗੀ ਹੋਈ ਸੀਗੀ। ਥੋੜੀ ਲੱਗੀ ਹੋਈ ਸੀ, ਉਹਦਾ ਹਵਾ ਦਾ ਭਾਅ ਜਿਹੜਾ ਹੈ ਉੱਡ ਵਾਲੇ ਪਾਸੇ ਸੀਗਾ, ਤਾਂ ਕਰਕੇ ਬਚਤ ਰਹਿ ਗਈ। ਵੀ ਇੱਧਰ ਪਰਾਲੀ ਜ਼ਿਆਦਾ ਪਈ ਹੈ, ਉਹ ਇੰਨੇ 40-50 ਟਰਾਲੀਆਂ 'ਚ ਸਰ ਗਿਆ। ਇਹਨਾਂ ਦਾ ਵੀ ਨੁਕਸਾਨ ਜਿਹੜਾ ਘੱਟੋ ਘੱਟ ਪਰਮਾਤਮਾ ਨੇ ਬਚਾਇਆ ਹੈ। ਹਵਾ ਜਿਹੜਾ ਰੁੱਖ ਬਦਲਤਾ, ਇਹ ਸਾਰਾ ਪਸ਼ੂਆਂ ਵਾਸਤੇ ਰੱਖਿਆ ਹੋਇਆ ਸੀਗਾ। ਪਸ਼ੂਆਂ ਨੇ ਖਾਣਾ ਸੀਗਾ ਇਹਨਾਂ ਦੇ, ਉਹੀ ਪਸ਼ੂਆਂ ਦਾ ਦੁੱਧ ਜਿਹੜਾ ਆਪਣੇ ਸ਼ਹਿਰ 'ਚ ਸਾਰੇ ਵਿਕ ਰਿਹਾ ਜੀ। ਤੇ ਨੁਕਸਾਨ ਤਾਂ ਹੈ, ਗਰੀਬ ਬੰਦੇ ਦਾ ਨੁਕਸਾਨ ਹੈ ਜੀ। ਅਸੀਂ ਵੀ ਐਸੇ ਕਰਕੇ ਭੱਜੇ ਆਏ ਜੀ। ਸਾਡੇ ਵੀ ਨੇੜੇ ਦੇ ਪਲਾਂਟ, ਕਿੰਨੂ ਦੇ ਪਲਾਂਟ ਲੱਗੇ ਹੋਏ ਹੈ, ਕਿਤੇ ਕਰੇਟ ਪਏ ਆ, ਸਾਡੇ ਮਸ਼ੀਨਾਂ ਪਈਆਂ ਸਾਡੀਆਂ, ਕਿਤੇ ਨੁਕਸਾਨ ਕਿਤੇ ਹੋਰ ਨਾ ਵੱਧ ਜੇ। ਸਵੇਰੇ ਆ ਕੇ ਫਾਇਰ ਬ੍ਰਿਗੇਡ ਬੁਲਾਈ ਹੈ ਤੇ ਉਸ ਤੋਂ ਬਾਅਦ ਆ ਕੇ ਕੰਮ ਲੱਗ ਗਏ ਸਾਰੇ। ਇਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਆ ਕੇ ਮੌਕਾ ਸੰਭਾਲ ਲਿਆ। ਠੀਕ ਹੈ। ਤੇ ਇਹ ਇੱਥੇ ਕਿੰਨੇ ਕੁ ਏਰੀਆ ਦੇ ਵਿੱਚ ਜਿਹੜੀਆਂ ਪਰਾਲੀਆਂ ਰੱਖੀਆਂ ਹੁੰਦੀਆਂ ਜੀ? ਇਹ ਪਰਾਲੀ ਲਗਭਗ ਅਨਾਜ ਮੰਡੀ ਦੀ ਬੈਕ ਸਾਈਡ ਜਿੰਨਾ ਵੀ ਏਰੀਆ ਹੈ ਸਾਰੇ 'ਚ ਪਰਾਲੀ ਹੈਗੀ ਹੈ ਜੀ। ਇਹ ਆਪਣੇ ਮਵੇਸ਼ੀ ਪਰਿਵਾਰ ਹੈਗੇ ਹੈ
ਤੇ ਇਹਨਾਂ ਨੇ ਪਸ਼ੂ ਰੱਖੇ ਆ, ਹਜ਼ਾਰਾਂ ਦੀ ਤਾਦਾਦ 'ਚ ਪਸ਼ੂ ਹੈਗੇ ਜਿਹੜੇ ਪੂਰੇ ਸ਼ਹਿਰ 'ਚ ਸਪਲਾਈ ਦੇ ਰਹੇ ਦੁੱਧ ਦੀ। ਤੇ ਪਸ਼ੂ ਜਿਹੜੇ ਪਰਾਲੀ ਖਾ ਕੇ ਹੀ, ਜਿਹੜੇ ਗਾਵਾਂ ਆਪਣੀ ਦੇਸੀ ਨਸਲ ਦੀ ਗਾਵਾਂ ਹੈਗੀ ਹੈ, ਵਧੀਆ ਦੁੱਧ ਦੇ ਰਹੀ ਹੈ ਪਰਾਲੀ ਖਾ ਕੇ, ਤੇ ਸਾਰੇ ਸ਼ਹਿਰ 'ਚ ਆਈ ਸਪਲਾਈ ਹੈ। ਤੇ ਤਾਂ ਬਚਤ ਰਹੇਗੀ, ਜਿਹੜੀ ਅੱਗੇ ਅੱਗ ਨਹੀਂ ਵਧੀ, ਹਵਾ ਦਾ ਰੁੱਖ ਜਿਹੜਾ ਬਦਲਾਅ ਹੋ ਗਿਆ, ਇਸ ਕਰਕੇ ਬਚਤ ਰਹੇਗੀ। ਠੀਕ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਾਂ ਖੋਹਾਂ ਨੂੰ ਲੈ ਕੇ ਨਗਰ ਨਿਗਮ ਦੇ ਟਾਊਨ ਹਾਲ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ। ਇਸ ਬੈਠਕ ਵਿੱਚ ਵਿਧਾਇਕ ਜਾਖੜ ਨੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਲੁੱਟ ਖੋਹ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਮਜਬੂਰਨ ਸੜਕਾਂ ਤੇ ਉਤਰਨਾ ਪਵੇਗਾ। ਦੱਸੋ ਕਿ ਕਿਸ ਪਰਪਸ ਲਈ ਸੀ? ਦੇਖੋ, ਕਈ ਦਿਨਾਂ ਤੋਂ ਸਪੈਸ਼ਲੀ ਜੇ ਮੈਂ ਪਿਛਲੇ ਮਹੀਨੇ ਤੋਂ ਕਹਾਂ, ਜਿਹੜੀ ਅਬੋਹਰ ਦੀ ਜਿਹੜੀ ਲਾਅ ਐਂਡ ਆਰਡਰ ਵਿਵਸਥਾ ਹੈ, ਜਿਵੇਂ ਤੁਸੀਂ ਵੇਖਿਆ ਰੋਜ਼ ਹੀ ਵਾਰਦਾਤ ਹੋ ਰਹੀ। ਅੱਜ ਸਵੇਰੇ 5 ਵਜੇ ਵੀ ਵਾਰਦਾਤ ਹੋਈ, ਕੱਲ ਸ਼ਾਮ ਨੂੰ ਆਪਣੇ ਵਿਸ਼ਾਲ ਹੋਰੀ ਇੱਥੇ ਹੀ ਇਹਨਾਂ ਨਾਲ ਵਾਰਦਾਤ। ਰੋਜ਼ ਡੇਲੀ ਜਿਹੜੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸੀ ਤੇ ਅੱਜ ਐਸਪੀ ਸਾਹਿਬ, ਡੀਐਸਪੀ ਸਾਹਿਬ ਤੇ ਦੋਨੋਂ ਐਸਐਚਓਜ਼ ਇੱਥੇ ਮੌਜੂਦ ਸੀਗੇ। ਸਾਰੇ ਸਾਡੇ ਕਾਉਂਸਲਰਸ ਆਏ ਹੋਏ ਸੀ ਤੇ ਮੇਰਾ ਇੱਕ ਤਾਂ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਵੀ ਸਿਚੁਏਸ਼ਨ ਵਿਲ ਇੰਪਰੂਵ। ਉਹਨਾਂ ਨੇ ਥੋੜਾ ਜਿਹਾ ਵਕਤ ਮੰਗਿਆ, ਬਟ ਮੈਂ ਪ੍ਰਸ਼ਾਸਨ ਨੂੰ ਤੇ ਮੈਂ ਸੀਐਮ ਸਾਹਿਬ ਨੂੰ ਵੀ ਆਹ ਗੱਲ ਕਹਿਣਾ ਚਾਹੁੰਦਾ ਵੀ ਲਾਅ ਐਂਡ ਆਰਡਰ ਵਿਵਸਥਾ ਜਿਹੜੀ ਸਿਰਫ ਅਬੋਹਰ ਦੇ ਨਹੀਂ, ਅਬੋਹਰ ਵਿੱਚ ਨਹੀਂ, ਪੂਰੇ ਪੰਜਾਬ ਦੇ ਵਿੱਚ ਆਪਾਂ ਜਿਵੇਂ ਵੇਖ ਰਹੇ ਵਿਗੜੀ ਹੋਈ ਹੈ ਤੇ ਇਹਨੂੰ ਸੁਧਾਰੋ। ਜਿਹੜੇ ਗਵਰਨੈਂਸ, ਜਿਹੜੀ ਤੁਸੀਂ ਗੁੱਡ ਗਵਰਨੈਂਸ ਦੀ ਗੱਲ ਕੀਤੀ ਸੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਉਹਦੇ ਉੱਤੇ ਧਿਆਨ ਦਿਓ। ਦਿਸ ਇਜ਼ ਵਾਟ ਗੁੱਡ ਗਵਰਨੈਂਸ ਇਜ਼ ਆਲ ਅਬਾਊਟ। ਲੋਕਾਂ ਦੇ ਵਿੱਚ ਭੈ ਦਾ ਮਾਹੌਲ, ਜਿਵੇਂ ਅੱਜ ਕੱਲ੍ਹ ਜਿਹੜੀ ਅਬੋਹਰ ਦੇ ਵਿੱਚ ਵਾਰਦਾਤਾਂ ਹੋ ਰਹੀ ਹੈ, ਸਾਰੇ ਐਮਸੀ ਸਾਹਿਬਾਨਾਂ ਨੇ ਦੱਸਿਆ, ਮੇਅਰ ਸਾਹਿਬ ਵੀ ਦੱਸ ਰਹੇ ਸੀ, ਜ਼ਿਕਰ ਕਰ ਰਹੇ ਸੀ ਵੀ ਜਿਵੇਂ ਕਾਪੇ ਲੈ ਕੇ, ਤਲਵਾਰਾਂ ਨਾਲ, ਅਨਹਰਡ ਆਫ, ਅੱਜ ਤੱਕ ਇਹ ਜੀ ਵਾਰਦਾਤਾਂ ਨਹੀਂ ਹੋਈ ਤੇ ਹੁਣ ਤਾਂ ਡੇਲੀ ਇਸ ਟਾਈਪ ਦੀ ਵਾਰਦਾਤ ਹੋ ਰਹੀ ਹੈ। ਤੇ ਮੈਨੂੰ ਉਮੀਦ ਹੈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਹੋਊਗੀ, ਪੈਟਰੋਲਿੰਗ ਵਧੂਗੀ, ਜੋ ਕੁਝ ਪੁਲਿਸ ਨੇ ਕਰਨਾ ਹੈ, ਪੁਲਿਸਿੰਗ ਦੇ ਜਿਹੜਾ ਪ੍ਰੋਸੈਸ ਹੈ, ਲੋਕਾਂ ਦੇ ਵਿੱਚ ਵਿਸ਼ਵਾਸ ਹੋਊਗਾ। ਐਂਡ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਜਲਦ ਤੋਂ ਜਲਦ ਰਿਜ਼ਲਟ ਵੀ ਦੇਖਣ ਨੂੰ ਮਿਲਣਗੇ। ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮਾਨ ਸਾਹਿਬ ਨੂੰ, ਜਿਹੜੀ ਤੁਸੀਂ ਇੱਕ ਗੱਲ ਕੀਤੀ ਸੀ ਵੀ ਮਾਨ ਸਾਹਿਬ ਹਮੇਸ਼ਾ ਗੱਲ ਕਹਿੰਦੇ ਸੀ, ਆਮ ਆਦਮੀ ਪਾਰਟੀ ਇਹ ਗੱਲ ਕਰਦੀ ਸੀ ਵੀ ਅੱਧੀ ਪੰਜਾਬ ਦੀ ਪੁਲਿਸ ਤਾਂ ਐਸ ਗਨਮੈਨ ਲੀਡਰਾਂ ਨਾਲ ਹੈਗੀ ਹੈ, ਲੇਕਿਨ ਉਹ ਜਿਹੜੇ ਗਨਮੈਨ ਲੀਡਰਾਂ ਨਾਲ ਫਿਰ ਰਹੇ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਤੁਸੀਂ ਜਿਹੜੀ ਗੱਲਾਂ ਕੀਤੀ ਸੀ ਉਹਨਾਂ ਤੇ ਅਮਲ ਤਾਂ ਕਰੋ। ਥਾਣੇ ਜਿਹੜੇ ਸੁਣਨੇ ਪਏ ਹੈ, ਇਸ ਕਰਕੇ ਕ੍ਰਾਈਮ ਵੱਧ ਰਿਹਾ। ਤੇ ਉਹ ਜਿਹੜੇ ਗਨਮੈਨ ਹੈ, ਜਿਹੜੇ ਬੰਦਿਆਂ ਨੂੰ ਸਿਕਿਉਰਿਟੀ ਨਹੀਂ ਚਾਹੀਦੀ, ਉਹ ਬੰਦੇ ਵਾਪਸ ਲੈ ਕੇ ਆਓ। ਜਿਹੜੀ ਵਾਕ ਦਾ ਟਾਕ, ਜਿਹੜੀ ਤੁਸੀਂ ਗੱਲਾਂ ਕਰਦੇ ਸੀ, ਉਹ ਗੱਲਾਂ ਦੇ ਉੱਤੇ ਅਮਲ ਕਰੋ। ਨਸ਼ਾ ਵਧਿਆ ਹੋਇਆ, ਨਸ਼ਾ ਤੁਸੀਂ ਕਹਿ ਰਹੇ ਸੀ ਹਫਤੇ ਦੇ ਵਿੱਚ ਸਮੇਟ ਦਿਆਂਗੇ। ਤੇ ਅਗੇਨ ਮੇਰੀ ਪੁਲਿਸ ਪ੍ਰਸ਼ਾਸਨ ਨੂੰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕਰਦਾ, ਅਪੀਲ ਕਰਦਾ ਤੇ ਮੈਨੂੰ ਉਮੀਦ ਵੀ ਹੈ ਅੱਜ ਜਿਹੜਾ ਸਾਨੂੰ ਆਸ਼ਵਾਸਨ ਦੇ ਕੇ ਗਏ ਹੈ ਵੀ ਅਬੋਹਰ ਦਾ ਲਾਅ ਐਂਡ ਆਰਡਰ 1-2 ਦਿਨ ਤੋਂ ਸਨੈਚਿੰਗ ਦੀ ਵਾਰਦਾਤ ਹੋਈ ਹੈ ਔਰ ਉਸ ਚੀਜ਼ ਨੂੰ ਲੈ ਕੇ ਅਸੀਂ ਸਾਰੇ ਐਮਸੀ ਦੇ ਨਾਲ ਤੇ ਸ਼ਹਿਰ ਦੇ ਮੋਹਤਵਰਾਂ ਨਾਲ ਮੀਟਿੰਗ ਕੀਤੀ ਹੈ। ਕੁਝ ਪੁਆਇੰਟ ਜਿਹੜੇ ਸਾਡੇ ਸ਼ਹਿਰ ਲੈਵਲ ਤੇ ਕਰਨ ਵਾਲੇ ਸੀ, ਜਿਵੇਂ ਸੀਸੀਟੀ ਕੈਮਰੇ ਤੇ ਹੋਰ ਜਿਹੜੀਆਂ ਇਨਫੋਰਮੇਸ਼ਨ ਲੈਵਲ ਤੇ ਕੰਮ ਕਰਨ ਵਾਲੇ, ਉਸ ਦੇ ਸੰਬੰਧ 'ਚ ਅਸੀਂ ਦੋਨੇ ਐਸਐਚਓ, ਡੀਐਸਪੀ ਸਾਹਿਬ, ਸੀਏ ਇੰਚਾਰਜ, ਸਾਡੀ ਟੀਮ ਲੱਗੀ ਹੋਈ ਹੈ। ਜਲਦੀ ਹੀ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚ ਮਾੜੇ ਅਨਸਰ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ। ਸਰ, ਇੱਕ ਦਿਨ ਚੋਣਾਂ ਦੇ ਦੌਰਾਨ ਆਪ ਪਾਰਟੀ ਨੇ ਚੋਣਾਂ ਦੇ ਦੌਰਾਨ ਵੱਡੇ ਵਾਅਦੇ ਕੀਤੇ ਸਨ, ਪਰ ਉਹ ਸਾਰੇ ਵਾਅਦੇ ਝੂਠੇ ਸਾਬਤ ਹੋਏ ਤੇ ਲੋਕੀ ਠੱਗੇ ਮਹਿਸੂਸ ਕਰ ਰਹੇ ਹਨ ਤੇ 9 ਮਹੀਨੇ ਬੀਤਣ ਤੋਂ ਬਾਅਦ ਵੀ ਪੰਜਾਬ ਦਾ ਬੁਰਾ ਹਾਲ ਹੈ। ਅੱਜ ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਰਾਸ਼ਟਰੀ ਉਪ ਪ੍ਰਧਾਨ ਅਵੀ ਰਾਜਪੂਤ ਨੇ ਕਪੂਰਥਲਾ ਵਿੱਚ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਮੈਂ ਅਵੀ ਰਾਜਪੂਤ, ਸੇਵਾਦਾਰ ਹਲਕਾ ਕਪੂਰਥਲਾ, ਸ਼੍ਰੋਮਣੀ ਅਕਾਲੀ ਦਲ। ਆਪਾਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਪ੍ਰੈਸ ਦੇ ਰਾਹੀਂ ਅੱਜ ਕਿ ਆਮ ਆਦਮੀ ਪਾਰਟੀ ਨੂੰ ਤਕਰੀਬਨ 9 ਮਹੀਨੇ ਦਾ ਸਮਾਂ ਹੋ ਚੱਲਿਆ ਵਾ। ਜੋ ਵਾਅਦਿਆਂ ਕਰਕੇ ਜੋ ਬਦਲਾਅ ਦੀ ਸਰਕਾਰ ਲਿਆਈ ਸੀ ਆਮ ਆਦਮੀ ਪਾਰਟੀ, ਜੋ ਲੋਕਾਂ ਨੇ ਮੁੱਖ ਏਜੰਡਿਆਂ ਦੇ ਉੱਤੇ ਜੋ ਪ੍ਰੋਮਿਸਿਸ ਕੀਤੇ ਸੀ, ਮੈਨੂੰ ਤੇ ਅੱਜ ਤੱਕ ਕਿਤੇ ਵੀ ਦੇਖ ਨਹੀਂ ਰਿਹਾ ਕਿ ਲੋਕਾਂ ਨੂੰ ਜਿਹੜੇ ਆ ਬਦਲਾਅ ਦੇ ਤਹਿਤ ਜੋ ਵਾਅਦੇ ਕੀਤੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇੰਪਰੂਵਮੈਂਟ ਦਿਖੀ ਆ। ਜੇ ਆਪਾਂ ਗੱਲ ਕਰੀਏ ਲੋਕਾਂ ਨੂੰ ਜਾਂ ਬੀਬੀਆਂ ਨੂੰ, ਜੋ ਮੇਨ ਇੱਦਾਂ ਦਾ ਪ੍ਰੋਮਿਸ ਸੀਗਾ 1-1000 ਰੁਪਇਆ ਹਰ ਬੀਬੀ ਨੂੰ ਦੇਣਾ ਸੀ, ਅੱਜ ਉਹ ਬੀਬੀਆਂ ਠੱਗਿਆ ਮਹਿਸੂਸ ਕਰ ਰਹੀਆਂ। ਜੋ ਸਾਡੀਆਂ ਮਾਤਾਵਾਂ ਭੈਣਾਂ ਜਿਨ੍ਹਾਂ ਨੂੰ ਕਿਹਾ ਸੀ 1-1000 ਰੁਪਇਆ ਸਾਰੀਆਂ ਬੀਬੀਆਂ ਮਾਤਾਵਾਂ ਦੇਵਾਂਗੇ, ਫਿਰ ਦੂਸਰੀ ਤਰਫ ਨਾਲ ਗੱਲ ਕੀਤੀ ਸੀ ਨੌਕਰੀਆਂ ਜਿਹੜੀਆਂ ਦੇਵਾਂਗੇ, ਨੌਕਰੀਆਂ ਵਾਲਾ ਕੰਮ ਕਿਸੇ ਬੰਦੇ ਨਹੀਂ ਲੱਗ ਰਿਹਾ। ਤੀਸਰਾ ਇੱਕ ਇਹਦਾ ਮੇਨ ਜਿਹੜਾ ਪਹਿਲੂ ਸੀਗਾ ਸਹੂਲਤਾਂ ਦੀਆਂ, ਸਰਕਾਰੀ ਸਿਵਲ ਸਹੂਲਤਾਂ ਦੀਆਂ, ਜਿਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ, ਜਿਹਦੇ ਵਿੱਚ ਇਹਨਾਂ ਕਹੇ ਵਾਅਦਾ ਕਰਾਂਗੇ ਦਿੱਲੀ ਦੇ ਤਰਜ਼ ਦੇ ਉੱਤੇ
ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਸਿਵਲ ਸਹੂਲਤਾਂ ਵਾ, ਮੈਡੀਕਲ ਸਹੂਲਤਾਂ ਵਾ, ਉਹਨਾਂ ਦੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਪ੍ਰਾਈਵੇਟਿਜ਼ਮ ਤੋਂ ਖਤਮ ਕਰਕੇ ਸਰਕਾਰੀ ਜਿਹੜੀਆਂ ਜੋ ਫੈਸਿਲਿਟੀਆਂ ਵਾ ਉਹਨਾਂ ਵੱਲ ਜੋੜਾਂਗੇ। ਪਰ ਅੱਜ ਉਹ ਵੀ ਕਿਸੇ ਬੰਦੇ ਨੇ ਦੇਖ ਰਿਹਾ। ਫਿਰ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੀਆ ਪੜ੍ਹਾਈ ਦੇਣੀ, ਸਮਾਰਟ ਸਕੂਲਾਂ 'ਚ ਵਾਧਾ ਕਰਨਾ, ਉਹ ਵੀ ਅੱਜ ਕਿਤੇ ਨਹੀਂ ਦੇਖ ਰਿਹਾ। ਇਸ ਕਰਕੇ ਜੋ ਚੀਜ਼ਾਂ ਦੀ ਬਦਲਾਅ ਦੇ ਤਹਿਤ ਸਰਕਾਰ ਆਈ ਸੀ, ਅਸੀਂ 6 ਮਹੀਨੇ ਦਾ ਟਾਈਮ ਦਿੱਤਾ ਸੀ ਕਿ 6 ਮਹੀਨੇ ਐਟਲੀਸਟ ਚਾਹੀਦਾ ਸਰਕਾਰ ਨੂੰ ਆਪਣੇ ਕੰਮ ਜਿਹੜੇ ਇੰਪਲੀਮੈਂਟ ਕਰਵਾਉਣ ਨੂੰ। ਪਰ ਅੱਜ 9 ਮਹੀਨੇ ਹੋ ਗਏ ਆ। ਆਮ ਆਦਮੀ ਪਾਰਟੀ ਦੇ ਜੋ ਵੀ ਲੀਡਰ ਸਾਹਿਬਾਨ ਆ, ਉਹਨਾਂ ਦਾ ਵੀ ਫਰਜ਼ ਬੰਦਾ ਆਪਣੇ ਕਪੂਰਥਲੇ ਹਲਕੇ ਲਈ ਜੋ ਸਹੂਲਤਾਂ ਉਹ ਲਿਆ ਸਕਦੇ ਆ, ਕਪੂਰਥਲੇ ਲਿਆਉਣ। ਕਿਉਂਕਿ ਹਮੇਸ਼ਾ ਮੇਰੀ ਤਾਂ ਇਹ ਸੋਚ ਰਹੀ ਆ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਜੋ ਸਹੂਲਤਾਂ, ਜੋ ਸਾਡੀਆਂ ਮਾਤਾਵਾਂ, ਯੂਥ ਆ, ਬੱਚੇ ਆ, ਬਜ਼ੁਰਗ ਵਾ, ਜੋ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਾਲੇ ਨਹੀਂ ਮਿਲ ਪਾ ਰਹੀਆਂ। ਤੇ ਜਿੰਨੇ ਆਮ ਆਦਮੀ ਪਾਰਟੀ ਸਰਕਾਰ ਦੇ ਲੀਡਰ ਸਾਹਿਬਾਨ ਆ, ਉਹਨਾਂ ਨੂੰ ਵੀ ਆਪਣੇ ਐਫਰਟ ਕਰਕੇ ਜੋ ਲੋਕਾਂ ਦੀਆਂ ਹਲਕੇ ਦੇ ਵਿੱਚ ਸਹੂਲਤਾਂ ਵਾ ਉਹ ਪ੍ਰੋਵਾਈਡ ਕਰਵਾਉਣੀਆਂ ਚਾਹੀਦੀਆਂ ਵਾ। ਨਾਭਾ ਭਵਾਨੀਗੜ੍ਹ ਸੜਕ ਤੇ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਸਵਾਰ ਮਾਂ ਪੁੱਤ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਨਿਤੀਸ਼ ਕੁਮਾਰ 31 ਸਾਲ ਅਤੇ ਉਸ ਦੀ ਮਾਤਾ ਵੰਨਾ ਰਾਣੀ 50 ਸਾਲ ਵਜੋਂ ਹੋਈ ਹੈ। ਟੱਕਰ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਵਰਿੰਦਰ ਨੇ ਕਿਹਾ ਕਿ ਪ੍ਰਾਈਵੇਟ ਬੱਸਾਂ ਦੀ ਤੇਜ਼ ਰਫ਼ਤਾਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਆਪਣੀ ਮਦਰ ਨੂੰ ਲੈ ਕੇ ਜਾ ਰਿਹਾ ਸੀਗਾ ਦਵਾਈ ਦਵਾਉਣ ਵਾਸਤੇ ਡਾਕਟਰ ਦੇ, ਤਾਂ ਆਪਣੀ ਸਾਈਡ ਆ ਰਹੇ ਸੀ ਉਹ। ਇਹ ਬੱਸ ਵਾਲਾ ਪਿੱਛੋਂ ਪੁਲ ਦੇ ਉੱਪਰੋਂ ਆਇਆ, ਬੱਸ ਰੌਂਗ ਸਾਈਡ, ਉਹਨੇ ਲਿਆ ਕੇ ਪਿੱਛੋਂ ਉੱਪਰ ਚਾੜਤੀ ਬੱਸ। ਰਫ਼ਤਾਰ ਵੀ ਦੱਸ ਰਹੇ, ਰਫ਼ਤਾਰ ਬਹੁਤ ਤੇਜ਼ ਸੀਗੀ। ਉਹ ਘੜੀਸ ਕੇ ਹੀ ਲੈ ਗਿਆ। ਉੱਥੇ ਬੰਦੇ ਦੱਸਦੇ ਨੇ ਕਿ ਹਸਪਤਾਲ ਉੱਥੇ ਹੈ ਨਹੀਂ ਸੀਗੇ, ਸਾਨੂੰ ਤਾਂ ਲੋਕਾਂ ਨੇ ਦੱਸਿਆ ਵੀ ਘੜੀਸ ਕੇ ਹੀ ਲੈ ਗਿਆ। ਕਾਫੀ ਉੱਥੇ ਖੂਨ ਗਿਰਿਆ ਪਿਆ ਉੱਥੇ। ਤਾਂ ਕੌਣ ਸਨ ਜੋ ਜਿਨ੍ਹਾਂ ਦੀ ਡੈਥ ਹੋਈ? ਮਾਰ ਪੁੱਤ ਸੀ। ਇੱਕ ਤਾਂ ਸਾਡੀ ਛੋਟੀ ਭਰਜਾਈ ਸੀ, ਇੱਕ ਉਹਦਾ ਬੇਟਾ ਸੀ। ਇਸ ਪੁਲ ਨੂੰ ਲੈ ਕੇ ਪਹਿਲਾਂ ਵੀ ਰਫ਼ਤਾਰ ਨੂੰ ਲੈ ਕੇ ਕਾਫੀ ਐਕਸੀਡੈਂਟ ਹੋਏ। ਕਾਫੀ ਮੰਗ ਕਰਦੀ ਹੈ ਨਾਭਾ ਜਿਹੜੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਵੀ ਉੱਥੇ ਪੁਲ ਦੇ ਉੱਪਰ ਕੋਈ ਨਾ ਕੋਈ ਐਸਾ ਸਿਸਟਮ ਬਣਾਇਆ ਜਾਵੇ ਜਿਹੜਾ ਇਹ ਐਕਸੀਡੈਂਟ ਹੋਣੋਂ ਬਚਣ। ਅੱਜ ਤਾਂ ਸਾਡੇ ਨਾਲ ਹੋਰ ਵੀ ਕਈ ਮਾਵਾਂ ਦੇ ਪੁੱਤ ਗਏ ਨੇ। ਬਹੁਤ ਨੁਕਸਾਨ ਹੁੰਦਾ ਜਦੋਂ ਕਿਸੇ ਦੇ ਘਰ ਦਾ ਜੀ ਜਾਂਦਾ। ਕਿਸ ਤਰ੍ਹਾਂ ਹੋਇਆ ਵੱਡਾ ਹਾਦਸਾ? ਮਾਂ ਪੁੱਤ ਜਿਸ ਤਰ੍ਹਾਂ ਚਲੇ ਗਏ ਦੁਨੀਆ ਤੋਂ, ਅੱਗੇ ਕੀ ਮੰਗ ਕਰਦੀ ਹੈ? ਜਿਸ ਤਰ੍ਹਾਂ ਇਹਨਾਂ ਲੋਕਾਂ ਖਿਲਾਫ ਜਿਹੜੇ ਤੇਜ਼ ਰਫ਼ਤਾਰ ਕਰਦੇ ਨੇ, ਕਾਰਵਾਈ ਕੀਤੀ ਜਾਵੇ। ਇਹਨਾਂ ਵਾਸਤੇ ਕਾਰਵਾਈ ਕੀਤੀ ਜਾਵੇ। ਅੱਗੇ ਵੀ ਬਹੁਤ ਵਾਰੀ ਐਕਸੀਡੈਂਟ ਹੋਏ ਨੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਅੱਗੇ ਤੋਂ ਉੱਥੇ ਕੋਈ ਜਾਂ ਪੁਲਿਸ ਦਾ ਉਹ ਹੋਵੇ ਪ੍ਰਬੰਧ, ਜਾਂ ਕੋਈ ਹੋਰ ਉੱਥੇ ਕੀਤਾ ਜਾਵੇ ਜਿਹੜੇ ਅੱਗੇ ਤੋਂ ਮਾਵਾਂ ਦੇ ਬੱਚੇ ਨਾ ਜਾਣ, ਮਾਵਾਂ ਵੀ ਨਾ ਜਾਣ। ਹੁਣ ਇਹਨਾਂ ਵਾਸਤੇ ਕਾਹਦਾ ਨਵਾਂ ਸਾਲ ਚੜ੍ਹਿਆ, 2 ਜੀ ਘਰ ਤੋਂ ਚਲੇ ਗਏ, ਘਰ ਬਰਬਾਦ ਹੋ ਗਿਆ। ਤੁਹਾਡੇ ਕੀ ਲੱਗਦੇ? ਮੇਰੀ ਦਰਾਣੀ ਮੇਰੀ ਤਾਂ ਇੱਕ ਪਾਸੇ ਬੇਟੀ ਲੱਗਦੀ ਸੀ, ਸਾਡੀ ਰਿਸ਼ਤੇਦਾਰੀ ਸੋਚੀ ਉਹ ਕੁੜੀ। ਇਹ ਦੋਨੇ ਕੌਣ ਸੇ ਤੇ ਕਿੱਥੇ ਜਾ ਰਹੇ ਸੀ ਜੀ? ਇਹ ਦਵਾਈ ਲੈਣ ਆਏ ਸੀ ਜੀ, ਮਾਂ ਬੇਟਾ ਦੋਨੋਂ ਹੀ। ਬਸ ਦਵਾਈ ਲੈ ਕੇ ਜਾ ਰਹੇ ਸੀ, ਇਹ ਆਪਣੀ ਸਾਈਡ ਜਾ ਰਹੇ ਸੀ, ਉਧਰੋਂ ਤੇਜ਼ ਰਫ਼ਤਾਰ ਤੇ ਆਇਆ, ਉਹਨੇ ਇੱਕਦਮ ਇਹਨਾਂ ਦੇ ਉੱਤੇ ਬੱਸ ਚੜ੍ਹਾਤੀ। ਤੇਜ਼ ਰਫ਼ਤਾਰ ਬੱਸ ਦੀ ਸੀ ਤੇ ਹੁਣ ਅੱਗੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਤੇਜ਼ ਰਫ਼ਤਾਰ ਬੱਸਾਂ ਤੋਂ? ਦੇਖੋ ਜੀ, ਮੈਂ ਪੂਰਾ ਦਾ ਮੌਕੇ ਤੇ ਤਾਂ ਹੈਗਾ ਨਹੀਂ ਸੀ, ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਉਹ ਡਰਾਈਵਰ ਸੀ, ਜਿਵੇਂ ਵੀ ਸੀ, ਇਹਨਾਂ ਦੀ ਰਫ਼ਤਾਰ ਚੈੱਕ, ਇਹਨਾਂ ਨੂੰ ਇੰਨੀ ਤੇਜ਼ ਨਹੀਂ ਚਲਾਉਣਾ ਚਾਹੀਦਾ। ਇਹਨਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਆ। ਪ੍ਰਾਈਵੇਟ ਬੱਸਾਂ ਜਿਵੇਂ ਕਿ ਉਹ ਪਤਾ ਨਹੀਂ ਕਿਹਨਾਂ ਦੀ ਬੱਸ ਸੀ ਜਾਂ ਕਿਸੇ ਦੀ ਵੀ ਬੱਸ ਸੀ, ਪਹਿਲਾਂ ਤਾਂ ਉਹ ਮਾਲਕ ਨਾਲ ਗੱਲ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਹੀ, ਕਿ ਕਿਵੇਂ ਤੁਸੀਂ ਡਰਾਈਵਰ ਨੂੰ, ਇਹਨੂੰ ਅਣਗਹਿਲੀ ਵਾਲੇ ਡਰਾਈਵਰ ਨੂੰ ਕਿਵੇਂ ਤੁਸੀਂ ਪੁਲ ਤੋਂ ਉਤਰਨ ਲੱਗੇ। ਜਿਵੇਂ ਵੀ ਉਹਨੇ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਚਲਾਈ, ਜਾਂ 2 ਅੱਜ ਜਿੱਦਾਂ ਕਿ ਪੂਰੇ ਹੋ ਗਏ ਨੇ ਮੌਕੇ ਤੇ, ਇੱਕ ਨੂੰ ਉਰੇ ਲੈ ਕੇ ਆਏ, ਬਸ ਇੱਕ ਟਾਈਮ ਤੇ ਹੀ ਹੋ ਗਿਆ। ਇਹਦੇ ਵਰਗੇ ਲੋਕਾਂ ਨੂੰ ਹੀ ਬਹੁਤ ਅੱਗੇ ਧਿਆਨ ਦੇਣਾ ਚਾਹੀਦਾ। 2 ਪਰਿਵਾਰ ਦੇ ਬੰਦੇ ਚਲੇ ਗਏ। ਗਿੱਦੜਬਾਹਾ ਹਲਕੇ ਦੇ ਪਿੰਡ ਗਿਰਜੇਵਾਲਾ ਸੁਖਨਾ ਵਿਖੇ ਸਥਿਤ ਸਰਹੰਦ ਫੀਡਰ ਨਹਿਰ ਵਿੱਚ ਭੇਤ ਭਰੇ ਹਾਲਾਤ ਵਿੱਚ ਕਾਰ ਸਮੇਤ ਨਹਿਰ ਵਿੱਚ ਡਿੱਗਣ ਵਾਲੇ ਵਿਅਕਤੀ ਦੀ ਲਾਸ਼ ਅਤੇ ਕਾਰ ਅੱਜ ਦੇਰ ਸ਼ਾਮ ਨਹਿਰ ਵਿੱਚੋਂ ਬਰਾਮਦ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਉਰਫ ਜੱਗੂ, ਉਮਰ ਕਰੀਬ 32 ਸਾਲ, ਵਾਸੀ ਪਿੰਡ ਰੋੜਕਪੁਰਾ, ਫਰੀਦਕੋਟ, ਆਪਣੀ ਮਾਰੂਤੀ ਕਾਰ ਸਮੇਤ ਭੇਤ ਭਰੇ ਹਾਲਾਤ ਵਿੱਚ ਸਰਹੰਦ ਫੀਡਰ ਨਹਿਰ ਵਿੱਚ ਸੁੱਟ ਲਿਆ ਸੀ। ਪਰਿਵਾਰ ਵੱਲੋਂ ਕਾਰ ਅਤੇ ਜਗਜੀਤ ਸਿੰਘ ਦੀ ਤਲਾਸ਼ ਲਈ ਨਹਿਰ ਵਿੱਚ ਗੋਤਾਖੋਰ ਲਗਾਏ ਸਨ, ਜਿਨ੍ਹਾਂ ਅੱਜ ਦੇਰ ਸ਼ਾਮ ਕਾਰ ਨੂੰ ਨਹਿਰ ਵਿੱਚੋਂ ਕੱਢਿਆ ਗਿਆ ਤਾਂ ਕਾਰ ਵਿੱਚ ਜਗਜੀਤ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਧਰ ਮੌਕੇ ਤੇ ਪੁੱਜੇ ਥਾਣਾ ਕੋਟਪਾਈ ਦੇ SHO ਰਮਨ ਕੁਮਾਰ ਕੰਬੋਜ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਸਰ ਜਿਹੜਾ ਐਪੀਸੋਡ ਹੈ ਨਹਿਰ ਚ, ਸਰ ਕਿੱਥੋਂ ਦਾ ਸੀਗਾ ਇਹ ਜੀ ਜਗਜੀਤ ਸਿੰਘ ਸੀਗਾ, ਪਿੰਡ ਰੋੜੀ ਕਪੂਰੇ ਦਾ। ਇਹਦੀ ਕੱਲ ਜਿਹੜਾ ਕਾਰ ਸਮੇਤ ਜਿਹੜਾ ਇਹਨੇ ਸੁਸਾਈਡ ਕੀਤੀ ਸੀ, ਕਾਰ ਸਮੇਤ ਵਿੱਚ ਨਹਿਰ ਦੇ ਸੱਟਦਾ ਸੀ ਆਪਦੇ ਆਪ ਨੂੰ। ਤੇ ਜੋ ਅੱਜ ਅਸੀਂ ਪਿੰਡ ਵਾਸੀਆਂ ਦੀ ਤੇ ਕੁਝ ਗੋਤਾਖੋਰਾਂ ਦੀ ਮਦਦ ਨਾਲ ਇਹਨੂੰ ਬਾਹਰ ਕੱਢਿਆ ਤੇ ਹੁਣ ਇਹਦੀ 174 ਦੀ ਕਾਰਵਾਈ ਕਰਵਾ ਕੇ ਤੇ
ਜੋ ਅਗਲੀ ਕਾਰਵਾਈ ਉਹ ਅਮਲ 'ਚ ਲਿਆਵਾਂਗੇ। ਸਰ 174 ਦੀ ਕਿ ਜੋ ਹੋਰ ਵੀ ਕੋਈ ਨਹੀਂ ਕੋਈ ਹੋਰ ਕੋਈ ਹੈਗਾ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ। ਪਰਿਵਾਰ ਵਾਲੇ ਵੀ ਰਾਜੀ ਹੈ ਇਹ ਗੱਲ ਤੇ ਵੀ ਅਸੀਂ ਜੇ ਕੋਈ 174 ਦੀ ਕਾਰਵਾਈ ਹੁੰਦੀ ਹੈ ਤਾਂ ਸਾਨੂੰ ਮਨਜ਼ੂਰ। ਥੈਂਕ ਯੂ। ਮੋਗਾ ਵਿਖੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਹਲਕਾ ਇੰਚਾਰਜ ਮਾਲਕਾ ਸੂਦ ਸਦਰ ਦੇ ਦਫ਼ਤਰ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਉਹਨਾਂ ਨਾਲ ਸੁਖਵੰਤ ਸਿੰਘ ਦੁਗਰੀ ਵੀ ਹਾਜ਼ਰ ਸਨ। ਕਿ ਤੁਹਾਡੇ ਰਾਹੀਂ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਯਾਤਰਾ ਭਾਰਤ ਜੋੜੋ ਯਾਤਰਾ, ਉਹ ਹੁਣ ਲਾਸਟ ਲੈਗ ਦੇ ਵਿੱਚ ਆਖਰੀ ਪੜਾਅ 'ਚ ਉਹ ਹੁਣ ਪੰਜਾਬ ਪਹੁੰਚ ਰਹੀ ਹੈ। 10 ਤਰੀਕ ਨੂੰ ਇਹ ਯਾਤਰਾ ਜਿਹੜੀ ਸ਼ਾਮ ਨੂੰ ਉਹ ਪੰਜਾਬ ਦਾਖਲ ਹੋ ਜਾਏਗੀ ਔਰ ਉਸ ਤੋਂ ਬਾਅਦ 11 ਨੂੰ ਸਵੇਰੇ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਫਿਰ ਇਹ ਤਕਰੀਬਨ 8-9 ਦਿਨ ਲਾ ਕੇ ਪਠਾਨਕੋਟ ਪਹੁੰਚੇਗੀ। ਅਖੀਰਲਾ ਜਿਹੜਾ ਪੜਾਅ ਸਾਡਾ ਉਹ ਪਠਾਨਕੋਟ ਹੈ ਔਰ ਕਿਉਂਕਿ ਜਿਹੜਾ ਰੂਟ ਹੈ ਉਹਦੇ ਆਲੇ ਦੁਆਲੇ ਜਿੰਨੇ ਵੀ ਇਲਾਕੇ ਬਣਦੇ ਨੇ ਉਹਨਾਂ ਨੂੰ ਅਲੱਗ ਸਮਾਂ ਦਿੱਤਾ ਜਾ ਰਿਹਾ, ਜਿਹੜੇ ਦੂਰ ਦਰਾਡੇ ਦੇ ਇਲਾਕੇ ਨੇ ਉਹਨਾਂ ਨੂੰ ਵੱਖਰਾ ਸਮਾਂ ਦਿੱਤਾ ਜਾ ਰਿਹਾ, ਕਿਉਂਕਿ ਇਹ ਯਾਤਰਾ ਜਿਹੜੀ ਤਕਰੀਬਨ 25 ਕਿਲੋਮੀਟਰ ਰੋਜ਼ ਪੈਂਡਾ ਤੈਅ ਕਰਦੀ ਹੈ ਤੇ 2 ਪੜਾਵਾਂ ਵਿੱਚ ਹੁੰਦਾ। ਇੱਕ ਸਵੇਰੇ ਇਸ ਵਕਤ ਅਰਲੀ ਮਾਰਨਿੰਗ ਔਰ ਉਸ ਤੋਂ ਬਾਅਦ ਫਿਰ ਇੱਕ ਦੁਪਹਿਰ ਦੇ ਖਾਣੇ ਤੋਂ ਬਾਅਦ ਇਹ ਯਾਤਰਾ ਦਾ ਆਪਣਾ ਪੂਰਾ ਜਿਹੜਾ 25 ਕਿਲੋਮੀਟਰ ਆ ਉਹ ਪੂਰਾ ਕਰਕੇ ਫਿਰ ਉੱਥੇ ਹੀ ਯਾਤਰੀ ਵਿਸ਼ਰਾਮ ਕਰਦੇ ਨੇ। ਤਾਂ ਅੱਜ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮੋਗੇ ਜ਼ਿਲ੍ਹੇ ਦਾ ਨਿਰੀਖਕ ਲਾ ਕੇ ਅੱਜ ਮੈਨੂੰ ਆਉਣ ਦਾ ਇੱਥੇ ਮੌਕਾ ਲੱਗਿਆ ਔਰ ਅਸੀਂ ਅੱਜ ਚਾਰੇ ਹਲਕੇ ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਔਰ ਹੁਣ ਲਾਸਟ ਦੇ ਵਿੱਚ ਮੋਗਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਕੀਤੀ ਹੈ ਔਰ ਲੋਕਾਂ 'ਚ ਬੜਾ ਉਤਸ਼ਾਹ ਹੈਗਾ। ਲੋਕ ਖੁਦ ਬ ਖੁਦ ਇਸ ਯਾਤਰਾ ਨਾਲ ਜੁੜਨਾ ਚਾਹੁੰਦੇ ਨੇ, ਹਰ ਵਰਗ ਦੇ ਲੋਕ ਔਰ ਹਰ ਉਮਰ ਦੇ ਲੋਕ, ਖਾਸ ਕਰਕੇ ਜਿਹੜੇ ਨੌਜਵਾਨ ਨੇ, ਯੰਗਸਟਰਸ ਨੇ, ਬੱਚੇ ਨੇ, ਉਹ ਜ਼ਿਆਦਾ ਉਹਨਾਂ ਦੇ ਵਿੱਚ ਉਤਸੁਕਤਾ ਹੈਗੀ ਆ ਔਰ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਤਾਂ ਅਸੀਂ ਚਾਹੁੰਦੇ ਹਾਂ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਉਹ ਨਾ ਹੋਵੇ ਵੀ ਪਤਾ ਨਾ ਲੱਗੇ ਵੀ ਯਾਤਰਾ ਪੰਜਾਬ 'ਚੋਂ ਕਦੋਂ ਲੰਘ ਗਈ। ਤਾਂ ਉਹਦਾ ਇੱਕ ਮੁਹਿੰਮ ਬਣਾ ਕੇ, ਇੱਕ ਕੈਂਪੇਨ ਬਣਾ ਕੇ ਅਸੀਂ ਜਾਗਰੂਕ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਇਹ ਦਿਨ ਜਿਹੜੀ ਯਾਤਰਾ ਉਹ ਇਸ ਰੂਟ ਤੋਂ ਲੰਘੇਗੀ ਔਰ ਸਾਰਿਆਂ ਨੇ ਉਹਦੇ ਵਿੱਚ ਸ਼ਾਮਲ ਹੋਣਾ। ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਸਰਾਂ ਨੇੜੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਵਿੱਚ ਇੱਕ ਨਿਹੰਗ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਵਿਖੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਇਸ ਸੰਬੰਧੀ ਮੁੰਬਈ ਦੇ ਰਹਿਣ ਵਾਲੇ ਤੇ ਈਸਾਈ ਤੋਂ ਸਿੰਘ ਸਜੇ ਵਿੱਕੀ ਸਿੰਘ ਥੋਮਸ ਨੇ ਦੱਸਿਆ ਹੈ ਕਿ ਗੁਰਦੁਆਰਾ ਮੰਗੂ ਮੱਠ ਦੇ ਨਾਮ ਤੇ ਰਮਨਦੀਪ ਸਿੰਘ ਨਾਮ ਦਾ ਇੱਕ ਵਿਅਕਤੀ ਪੈਸੇ ਇਕੱਠੇ ਕਰ ਰਿਹਾ, ਜਿਸ ਨੇ ਝਗੜਾ ਕਰਕੇ ਇੱਕ ਨਿਹੰਗ ਸਿੰਘ ਨੂੰ ਜ਼ਖਮੀ ਕਰ ਦਿੱਤਾ ਤੇ ਇਸ ਮਾਮਲੇ ਵਿੱਚ थाना बी डिवीजन दी पुलिस वालों कार्रवाई की जा रही है। हमला किया वाहिगुरु, बोलते ना एक पाखंडी वाहिगुरु जो बाणे का मिसयूज करता है। पाखंडी वो वाहिगुरु जो नीला बाणा धारण करके चिट्टा लेता है, दुनिया भर का नशा करता है वाहिगुरु, रात को पैक शेक भी लगाता है। कई इसके फोटोज है मेरे पास वाहिगुरु, चढ़ती कला में क्या क्या देखता है वीडियो में रात को, वो भी है मेरे पास वाहिगुरु। ये कई कहानी है वाहिगुरु, इसको बेनती है वाहिगुरु सारे संगत को, इसको सिंह नाम से ना पहचानो। बाबा जी कुछ नहीं है। कैसे बात करता है औरतों से, रिकॉर्डिंग निकालो वाहिगुरु कैसे बात करता है। ये इसका कैरेक्टर देखो, ये सिंगों वाला हरकत नहीं है, ये सिंगों वाला हरकत नहीं है जो एक सिंह के ऊपर वार किया पहले सामने से आके। ये कृपा ने वाहिगुरु जो उसके वो धारण करता था, इतने बुरी तरीके से तोड़ा है, मेरे गुट पे मारते इतने बुरी तरीके से। अमृतसर साहिब के परिक्रमा में मारा और हम लोग उसको पकड़ने गए थे क्योंकि ये गाड़ी जब्त करने गया था किसी का, कि हम गाड़ी जब्त करेंगे। ये गुंडागर्दी करता है, बाणे का मिसयूज करता है। बाणे को लोग रिस्पेक्ट करते, बाणे को लोग शीश समर्पित झुकाते कि वो गुरु महाराज का देन है, लेकिन ये बाणा अमृत भी नहीं छका है, कुछ भी नहीं किया, पाखंडवादी करके ये बाणा डाल के घूम रहा है। उसको रोक रहे वाहिगुरु, और क्या, और मरते दम तक रोकूंगा। वहाँ पे कोई सीसीटीवी कैमरे, वो सीसीटीवी कैमरे का फुटेज लेने जा रहा हूँ अब, इधर से एक बार हो जाएगा ना वो सीसीटीवी कैमरे, पुलिस के साथ, पंजाब पुलिस के साथ जाऊंगा वो फुटेज लेने। अगर इसने वार किया रहेगा पहले, मैं इसको भी वाहिगुरु वही सजा दूंगा। इसने कभी वार नहीं किया रहेगा, मर्यादा में नहीं है कि कोई सिंह पहला वार करे, उसने वार किया सेल्फ डिफेंस के लिए। वाहिगुरु महाराज ने ये सिंहों के हाथ में सेल्फ डिफेंस के लिए दिया है। दुनिया ने वाहिगुरु इसकी हिफाजत किया, ये महाराज है, ये पीर है, लेकिन आज ये वही पीर से इस पे वार किया है, तो सजा तो लागू होता है। और एक सिंह ने किया होता, अमृतधारी सिंह ने किया होता, वो गुरु ग्रंथ साहिब जी महाराज की इधर माफी भी मांग के होता, लेकिन ये सुच्चा नंद ना अमृत शक है ना कुछ, इसके लिए माफी नहीं है वाहिगुरु। मांग क्या है? प्रशासन कानून सेक्शन 307 और 326
मांग करेंगे वाहिगुरु जो भी रहेगा लीगली। देखो वार लगा हुआ है, हाथ ऐसे ये हो गया, कर नहीं पा रहा है वो बरोबर, तो जो लगेगा कानून प्रशासन कर लेंगे, नहीं तो वाहिगुरु हम हजूर साहब में अमृत छके वाहिगुरु चढ़दी कला में वाहिगुरु वाह का प्रता है। वाहिगुरु जी का खालसा वाहिगुरु जी की फतेह। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਰਾਜਾ ਸਾਂਸੀ ਤੇ ਬੀਤੀ ਦੇਰ ਰਾਤ ਨੂੰ ਹੰਗਾਮਾ ਹੋ ਗਿਆ ਕਿਉਂਕਿ ਇੱਥੇ ਪੁੱਜਣ ਨਾਲ ਨਿਊਜ਼ 에ਅਰਲਾਈਨ ਦੀ ਉਡਾਣ ਨੂੰ ਧੁੰਦ ਹੋਣ ਕਰਕੇ ਜੈਪੁਰ ਉਤਾਰ ਦਿੱਤਾ ਗਿਆ ਸੀ, ਜਿਸ ਨਾਲ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਕਰੀਬ 24 ਘੰਟੇ ਖੱਜਲ ਖੁਆਰ ਹੋਣਾ ਪਿਆ। ਵੀਡੀਓ ਸ਼ੇਅਰ ਕਰਦੇ ਹੋਏ ਯਾਤਰੀਆਂ ਨੇ ਦੱਸਿਆ ਕਿ 150 ਤੋਂ ਵੱਧ ਯਾਤਰੀਆਂ ਨੇ ਅਮਰੀਕਾ ਦੇ ਜਾਰਜੀਆ ਜਾਣ ਲਈ ਵਿਦੇਸ਼ੀ ਕੰਪਨੀ ਨਿਊਜ਼ ਨਾਲ ਫਲਾਈਟ ਬੁੱਕ ਕਰਵਾਈ ਹੈ। 4 ਜਨਵਰੀ ਨੂੰ ਸ਼ਾਮੀ 7 ਵਜੇ ਸਾਰੇ ਯਾਤਰੀਆਂ ਦਾ ਚੈੱਕ ਇਨ ਕੀਤਾ ਗਿਆ ਸੀ, ਪਰ ਉਡਾਣ ਨਹੀਂ ਪੁੱਜੀ। ਬੀਤੀ ਦੇਰ ਰਾਤ ਉਡਾਣ ਪੁੱਜ ਗਈ, ਜਿਸ ਨਾਲ ਸਾਰੇ ਯਾਤਰੀ ਇੱਥੋਂ ਰਵਾਨਾ ਕਰ ਦਿੱਤੇ ਗਏ। ਤੁਹਾਨੂੰ ਹੁਣ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋ ਗਿਆ? ਕਿਹੜੀ ਫਲਾਈਟ ਸੀ ਤੁਹਾਡੀ? ਕਿਵੇਂ ਤੁਸੀਂ ਹੋਇਆ ਉਹ ਵਿਸਤਾਰ ਦੱਸੋ। ਅਸੀਂ ਕੱਲ 7 ਵਜੇ ਦੇ ਇੱਥੇ ਆਏ ਹੋਏ ਆ। ਬੱਚੇ ਸਾਡੇ ਨਾਲ ਨੇ, ਮਰੀਜ਼ ਦੇ ਅਸੀਂ ਹੈਗੇ ਆ, ਸ਼ੂਗਰ ਦੇ ਮਰੀਜ਼ ਆ ਅਸੀਂ। ਇਹ ਬੜੇ ਪਰੇਸ਼ਾਨ ਸਾਨੂੰ ਕਰਨ ਲੱਗੇ ਹੋਏ ਨੇ। ਬਾਰ-ਬਾਰ ਕਹਿੰਦੇ ਨੇ 1 ਘੰਟੇ ਬਾਅਦ ਉੱਡੂ ਫਲਾਈਟ, 1 ਘੰਟੇ ਬਾਅਦ ਉੱਡੂਗੀ। ਕੱਲ ਸਾਨੂੰ 32-33 ਘੰਟੇ ਇੱਥੇ ਆਇਆਂ ਨੂੰ ਹੋ ਗਏ ਨੇ, ਹਜੇ ਤੱਕ ਸਾਨੂੰ ਕੋਈ ਰਾਹ ਸਿਰਾ ਨਹੀਂ ਫੜਾਉਂਦੇ। ਬੱਚਿਆਂ ਨੂੰ ਹੱਥ ਫੜ ਕੇ ਬੱਚੇ ਨੇ ਆ ਦੇਖ ਲਓ, ਭੁੱਖਣ ਭਾਣੇ ਨਿੱਕੇ ਨਿੱਕੇ, ਨਾ ਇੱਥੇ ਕੋਈ ਬੈਠਣ ਨੂੰ, ਨਾ ਇੱਥੇ ਕੋਈ ਸੌਣ ਨੂੰ। ਪੂਰਾ ਕੋਨਾ ਸਹਿਕਾਰੀ ਸਭਾ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਡੇਰਾ ਬਾਬਾ ਗੁਲਾਬ ਦਾਸ ਜੀ ਪੂਰਾ ਕੋਨਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸਭਾ ਦੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਪਿੰਡ ਦੀ ਸਭਾ ਪ੍ਰਬੰਧਕ ਕਮੇਟੀ ਨੂੰ ਮਹਿਕਮੇ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਗਬਨ ਦੇ ਦੋਸ਼ੀ ਮੁਲਾਜ਼ਮ ਨੂੰ ਦੋਸ਼ ਸਿੱਧ ਹੋਣ ਤੋਂ ਬਾਅਦ ਵੀ ਸਭਾ ਵਿੱਚ ਬਤੌਰ ਸੇਲਜ਼ਮੈਨ ਨੂੰ ਜੁਆਇਨ ਕਰਾਉਣ ਦੇ ਹੁਕਮ ਜਾਰੀ ਕਰ ਦਿੱਤਾ ਗਿਆ ਸੀ, ਜਿਸ ਤੇ ਸਭਾ ਨੇ ਜੁਆਇਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਸਭਾ ਦਾ ਕਹਿਣਾ ਸੀ ਕਿ ਉਕਤ ਮੁਲਜ਼ਮ ਖਿਲਾਫ ਮਹਿਕਮੇ ਵੱਲੋਂ ਹੀ ਗਬਨ ਦੇ ਕੇਸ ਤਹਿਤ ਕਾਰਵਾਈ ਕੀਤੀ ਗਈ ਸੀ, ਜਿਸ ਤੇ ਉਸ ਖਿਲਾਫ ਪੇਸ਼ੇ ਦੀ ਵਸੂਲੀ ਲਈ ਉਸ ਦੀ ਜ਼ਮੀਨ ਸਭਾ ਦੇ ਨਾਮ ਕੁਰਕ ਕਰ ਦਿੱਤੀ ਗਈ ਹੈ ਤੇ ਉਸ ਦੀ ਜੁਆਇਨਿੰਗ ਦੇ ਖਿਲਾਫ ਮਾਣਯੋਗ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ, ਜਿਸ ਦਾ ਕੋਈ ਫੈਸਲਾ ਅਜੇ ਤੱਕ ਨਹੀਂ ਆਇਆ। ਹਾਂਜੀ, ਕੀ ਨਾਮ ਭਾਈ ਤੁਹਾਡਾ? ਮੇਰਾ ਨਾਮ ਗੁਰਸਾਹਿਬ ਸਿੰਘ ਜੀ। ਤੁਸੀਂ ਸੇਲਜ਼ਮੈਨ ਜੀ ਇੱਥੇ ਸੁਸਾਇਟੀ ਦੇ ਵਿੱਚ? ਹਾਂਜੀ ਸਰ, ਮੈਂ 2010 ਤੋਂ ਇੱਥੇ ਮੰਨ ਲਓ ਸਭਾਵਾਂ ਕਮੇਟੀ ਥਰੂ ਰਿਹਾ ਹਾਂ। 2013 ਮੈਨੂੰ ਸੇਲਜ਼ਮੈਨ ਨਿਯੁਕਤ ਕੀਤਾ ਗਿਆ। ਇੱਕ ਨਾ ਅੱਜ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਪਿੰਡ ਵਾਸੀਆਂ ਨੇ ਕਿ ਜਿਹੜੇ ਤੁਹਾਨੂੰ ਇੱਥੇ ਸੇਲਜ਼ਮੈਨ ਦੁਬਾਰਾ ਨਿਯੁਕਤ ਕੀਤਾ ਗਿਆ, ਇਹ ਗਲਤ ਕੀਤਾ ਕਿਉਂਕਿ ਇਹਨਾਂ ਤੇ ਗਬਨ ਦਾ ਕੇਸ ਸੀਗਾ। ਹਾਂਜੀ ਸਰ, ਉਹ ਤੇ ਮੰਨ ਲਓ ਕਿ ਮੇਰੀ ਇੱਕ ਜੁਆਇਨਿੰਗ ਰੋਕਣ ਵਾਸਤੇ ਮੰਨ ਲਓ ਕਿ ਜਿਹੜੇ ਮੰਨ ਲਓ ਕਿ ਐਂਟੀ ਬੰਦੇ ਸੀ ਉਹਨਾਂ ਪ੍ਰੋਪੋਗੈਂਡਾ ਖੜਾ ਕੀਤਾ, ਜੋ ਕਿ ਉਹ ਬੇਬੁਨਿਆਦ ਇਲਜ਼ਾਮ ਆ, ਜੋ ਕਿ ਉਹਨਾਂ ਮੇਰੀ ਜੁਆਇਨਿੰਗ ਰੋਕਣ ਵਾਸਤੇ ਗਲਤ ਤਰੀਕੇ ਨਾਲ ਸਿਆਸੀ ਰੰਜਿਸ਼ ਤਹਿਤ ਮੰਨ ਲਓ ਕਿ ਉਹਦਾ ਮੰਨ ਲਓ ਕਿ ਉਹਨਾਂ ਗਲਤ ਫੈਸਲਾ ਕਰਾਇਆ, ਜੋ ਕਿ ਹਰ ਇੱਕ ਬੰਦੇ ਕੋਲ ਉੱਪਰਲੀ ਅਦਾਲਤ 'ਚ ਅਧਿਕਾਰ ਹੁੰਦਾ ਵਾ। ਉਹਦੇ ਸੰਬੰਧ ਵਿੱਚ ਮੈਂ ਅਪੀਲ ਪਾਈ ਆ। ਉਹਦੇ ਵਿੱਚ ਮੈਂ 100% ਹੀ ਸੱਚਾ, ਮੈਂ ਡਾਕੂਮੈਂਟ ਵੀ ਦਿੱਤੇ ਆ, ਮੇਰੇ ਕੋਲ ਆ ਪੇਪਰ ਵੀ ਹੈਗੇ। ਵੇਖੋ ਪੇਪਰਾਂ ਦੇ ਵਿੱਚ ਕੱਲਾ ਲਿਖਿਆ ਵਾ ਕਿ ਆਹ ਸਾਡੇ ਕੋਲ ਇਸ ਟਾਈਮ ਚੀਜ਼ ਨਹੀਂ ਆਈ। ਅਸੀਂ ਕਿਹਾ ਸਾਨੂੰ ਉਹਦਾ ਬਿੱਲ ਵਿਖਾ ਦਿਓ, ਜੇ ਸਾਡੇ ਕੋਲ ਬਿੱਲ ਵਿਖਾ ਦਿਓ ਸਾਡੇ ਕੋਲ ਆਈ ਆ ਅਸੀਂ ਭਰਨ ਜੋਗਾ, ਪਰ ਉਹ ਮਹਿਕਮਾ ਬਿੱਲ ਨਹੀਂ ਵਿਖਾ ਸਕਿਆ। ਇੱਕ ਸਿਆਸੀ ਦਬਾਅ ਦੇ ਅਧੀਨ ਮੰਨ ਲਓ ਕਿ ਮਹਿਕਮੇ ਨੇ ਗਲਤ ਫੈਸਲਾ ਕੀਤਾ ਵਾ, ਉਹਦੇ ਵਾਸਤੇ ਅਸੀਂ ਉੱਪਰਲੀ ਅਦਾਲਤ ਡੀਆਰ ਸਾਹਿਬ ਦੀ ਅਪੀਲ ਪਾਤੀ ਆ, ਉੱਥੇ ਅਸੀਂ ਸਾਰਾ ਕੁਝ ਆਪਦਾ ਪੇਸ਼ ਕਰਾਂਗੇ। ਜੀ ਸਾਡਾ 2 ਸਾਲ ਤੋਂ ਮਾਮਲਾ ਲਟਕਿਆ ਹੋਇਆ ਵਾ, ਕੋਆਪਰੇਟਿਵ ਸੁਸਾਇਟੀ ਦਾ ਮਾਮਲਾ ਜੀ। ਉਹਦੇ ਵਿੱਚ ਪਹਿਲਾਂ ਸਰਦਾਰ ਸੁਖਚੈਨ ਸਿੰਘ ਜੀ ਸੈਕਟਰੀ ਸਾਹਿਬ ਸੀ, ਉਹਨਾਂ ਨੇ ਆਪਦੇ ਬੇਟੇ ਨੂੰ ਸੈਕਟਰੀ ਬਣਾਉਣ ਦੇ ਲਈ ਜੇਆਰ ਤੋਂ ਜਾਂ ਉੱਪਰ ਵਾਲੇ ਰੈਂਕ ਤੋਂ ਕਿੱਦਾਂ ਕੁਝ ਵੀ ਕਰਾ ਕੇ ਉਹਨਾਂ ਨੂੰ ਬਹਾਲੀ ਦਾ ਗਲਤ ਤਰੀਕੇ ਨਾਲ ਉਹਨਾਂ ਨੇ ਇਸਤੇਮਾਲ ਕੀਤਾ ਵਾ। ਸਾਡੀ ਇਹ ਮੰਗ ਹੈ ਕਿ ਉਹਨਾਂ ਦੇ ਉੱਤੇ ਗਮਨ ਦਾ ਦੋਸ਼ ਆ। ਸਾਡੀ ਪ੍ਰਸ਼ਾਸਨ ਅੱਗੇ ਮੰਗ ਆ, ਜੇਆਰ ਸਾਹਿਬ ਅੱਗੇ, ਡੀਆਰ ਸਾਹਿਬ ਅੱਗੇ, ਇੰਸਪੈਕਟਰ ਸਾਹਿਬ ਅੱਗੇ ਮੰਗ ਆ ਕਿ ਆਪ ਹੀ ਉਹਨਾਂ ਨੇ ਉਹਨਾਂ ਦੇ ਗਮਨ ਦਾ ਦੋਸ਼ ਲਾਇਆ ਹੋਇਆ ਵਾ ਔਰ ਆਪ ਹੀ ਉਹਨਾਂ ਨੇ ਉਹਨਾਂ ਨੂੰ ਬਹਾਲ ਕੀਤਾ ਹੋਇਆ ਵਾ। ਕਮੇਟੀ ਨੂੰ ਭੰਗ ਕਰਕੇ ਆਪ ਹੀ ਉਹਨਾਂ ਨੇ ਬਹਾਲੀ ਦਿੱਤੀ ਉਹਨਾਂ ਨੂੰ। ਉੱਗੇ ਪੰਜਾਬੀ ਭਾਰਤੀ ਜਲੰਧਰ ਨਿਵਾਸੀ ਸੁਖੀ ਬਾਟ ਜੀ, ਜੋ ਕਿ ਪੰਜਾਬੀ ਭਾਸ਼ਾ ਨੂੰ ਦੇਸ਼ ਵਿਦੇਸ਼ ਵਿੱਚ ਵਿਸ਼ਵ ਪੱਧਰ ਤੇ ਪ੍ਰਫੁੱਲਿਤ ਕਰਨ ਅਤੇ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਨੇ ਪੰਜਾਬ ਰਾਜ ਦੀ ਸੁਰੀਲੀ ਮਾਂ ਬੋਲੀ ਦੇ ਵਿਰਸੇ ਨੂੰ ਮਜ਼ਬੂਤ ਕੀਤਾ। ਦੇਸ਼ ਵਿਦੇਸ਼ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਬੇਮਿਸਾਲ ਕਦਮ ਚੁੱਕਣ ਵਾਲੇ ਪੰਜਾਬ ਭਾਰਤੀ ਸੁਖੀ ਬਾਟ ਜੀ ਨੂੰ ਪੰਜਾਬੀ ਭਾਸ਼ਾ ਵਿਭਾਗ ਜ਼ਿਲ੍ਹਾ ਕਪੂਰਥਲਾ ਦੀ ਕਮਿਸ਼ਨਰ ਜਸਪ੍ਰੀਤ ਕੌਰ ਵੱਲੋਂ ਸਰਕਾਰੀ ਵਿਭਾਗ ਨੂੰ ਇੱਕ ਵਿਸ਼ੇਸ਼ ਪੱਤਰ ਭੇਜ ਕੇ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ। ਪੰਜਾਬ ਭਾਸ਼ਾ ਵਿਭਾਗ ਜ਼ਿਲ੍ਹਾ ਕਪੂਰਥਲਾ ਅਫਸਰ ਜਸਪ੍ਰੀਤ ਕੌਰ ਦਾ ਦਫ਼ਤਰ ਪਹੁੰਚਣ ਤੇ ਸਵਾਗਤ ਕੀਤਾ ਗਿਆ। ਲੈਵਲ ਦੇ 3 ਸਮਾਗਮ ਕਰਨੇ ਨੇ ਮਾਲਵੇ, ਮਾਝੇ, ਦੁਆਬੇ ਦੇ ਵਿੱਚ, ਜਿੱਥੇ ਅਸੀਂ ਜੇ ਮਾਲਵੇ 'ਚ ਅਸੀਂ ਕਰਾਂਗੇ ਤਾਂ ਮਾਲਵੇ ਦਾ ਸਾਰਾ ਸਾਹਿਤਕ ਭਾਈਚਾਰੇ ਨੂੰ ਲੈ ਕੇ ਅਸੀਂ ਤੁਰਾਂਗੇ। ਦੁਆਬੇ 'ਚ ਕਰਾਂਗੇ ਇਸ ਤਰ੍ਹਾਂ ਹੀ ਉਹ ਹੋਏਗਾ। ਸੋ ਉਹ ਸਾਡੀ ਕੋਸ਼ਿਸ਼ ਹੋਏਗੀ ਔਰ ਮੈਂ ਪੰਜਾਬ ਭਵਨ ਦੀ ਇੱਕ ਬੜੀ ਸਿੰਪਲ ਜਿਹੀ ਨੀਤੀ ਹੈ, ਕਿਸੇ ਨਾਲ ਕੋਈ ਦਰਾਂਡਾ ਨਹੀਂ, ਕੋਈ ਕੁਰਸੀ ਦਾ ਰੌਲਾ ਨਹੀਂ, ਕੋਈ ਪੈਸੇ ਦਾ ਰੌਲਾ ਨਹੀਂ ਗਾ। ਅਨਕੰਡੀਸ਼ਨਲ ਮੁਹੱਬਤ ਜਿਹਨੂੰ ਕਹਿੰਦੇ ਆ ਸਾਡੇ ਕੋਲ ਉਹ ਹੈ।
ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਜਿਸ ਵੀ ਇਲਾਕੇ ਵਿੱਚ ਮੈਂ ਇਦਾਂ ਦਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਬਹੁਤ ਵੱਡਾ ਹਲਾਰਾ ਮਿਲਦਾ ਹੈ। ਸੋ ਇਹ 3 ਵੱਡੇ ਸਮਾਗਮ ਜਿਹੜੇ 2023 ਦੇ ਵਿੱਚ ਵਰਲਡ ਲੈਵਲ ਦੇ ਜਿਹੜੇ ਹੋਣਗੇ, ਅਸੀਂ ਬਾਹਰੋਂ ਵੀ ਸਾਹਿਤਕਾਰਾਂ ਨੂੰ ਲੈ ਕੇ ਆਵਾਂਗੇ, ਇੱਥੇ ਦਾ ਸਾਹਿਤਕ ਭਾਈਚਾਰਾ ਵੀ ਇਕੱਠੇ ਕਰਾਂਗੇ। ਸਿਰਫ ਇਕੱਠੇ ਕਰਨ ਦਾ ਮਨੋਰਥ ਇਹ ਨਹੀਂ ਹੁੰਦਾ ਕਿ ਸਟੇਜ 'ਤੇ ਬੱਲੇ ਹੋ ਗਈ ਅਤੇ 4 ਮੀਡੀਆ 'ਚ ਗੱਲ ਆ ਗਈ। ਉਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨੂੰ ਅਕਸਰ ਲਾਮਬੰਦ ਨਹੀਂ ਕੀਤਾ ਜਾਂਦਾ, ਉਹਨੂੰ ਲਾਗੂ ਨਹੀਂ ਕੀਤਾ ਜਾਂਦਾ। ਬਾਅਦ ਦੇ ਵਿੱਚ ਕਾਨਫਰੰਸ ਤਾਂ ਬਹੁਤ ਵੱਡੀਆਂ ਹੁੰਦੀਆਂ ਨੇ, ਤਾਂ ਮੋਰਾਂ 10 ਦਿਨਾਂ ਬਾਅਦ ਉਹਨਾਂ ਕੋਲ ਪੁੱਛੋ ਡਾਟਾ ਕਿੱਥੇ ਆ, ਉਹਦਾ ਡਾਟਾ ਕਿੱਥੇ ਆ, ਕੀ ਖੱਟਿਆ ਕਮਾਇਆ, ਉਹਨੂੰ ਪਬਲਿਸ਼ ਕੀਤਾ ਕੁਛ ਜਾਂ ਉਹਦੇ ਬਾਰੇ ਗਾਂਹ ਤੁਸੀਂ ਕੀ ਕਰ ਰਹੇ ਹੋ, ਬਸ ਗੱਲ ਉੱਥੇ ਮੁੱਕ ਜਾਂਦੀ ਹੈ। ਪੰਜਾਬ ਭਵਨ ਇੱਕ ਅਲੱਗ ਸੋਚ ਰੱਖਦਾ ਹੈ ਇਹਨਾਂ ਕੰਮਾਂ ਲਈ। ਸੋ ਜੋ ਅਸੀਂ ਪ੍ਰੋਡਿਊਸ ਕਰਦੇ ਹਾਂ ਅਸੀਂ ਉਹਨੂੰ ਸਾਂਭ ਕੇ ਰੱਖਦੇ ਹਾਂ, ਉਹ ਆਉਣ ਵਾਲੇ ਬੱਚਿਆਂ ਤੱਕ ਪਹੁੰਚਾਉਣ ਦੀ ਉਹਨੂੰ ਕੋਸ਼ਿਸ਼ ਕਰਦੇ ਹਾਂ। ਸੋ ਇਹ 3 ਸਮਾਗਮ ਜਿਹੜੇ ਪੰਜਾਬ ਦੇ ਵਿੱਚ ਹੋਣਗੇ, ਇੰਗਲੈਂਡ ਦੇ ਵਿੱਚ ਮਾਰਚ ਵਿੱਚ ਹੈਗਾ, ਅਤੇ ਜਗੰਡਾ ਕੀਨੀਆ ਦੇ ਵਿੱਚ ਅਤੇ ਤਜ਼ਾਨੀਆ ਦੇ ਵਿੱਚ ਪੰਜਾਬ ਭਵਨ ਨੇ ਆਲਰੇਡੀ ਜਿਹੜੀਆਂ ਡੇਟਸ ਲੈ ਲਈਆਂ ਨੇ, ਉਹ ਵੀ ਸਮਾਗਮ ਹੁੰਦੇ ਰਹਿਣਗੇ। ਅਤੇ ਅਗਸਤ ਦੀ 28 ਤਰੀਕ ਨੂੰ 2023 ਦੇ ਵਿੱਚ ਪੰਜਾਬ ਭਵਨ ਦੀ 3 ਰੋਜ਼ਾ ਕਾਨਫਰੰਸ ਸਰੀ ਵਿੱਚ ਪੰਜਾਬ ਭਵਨ ਕੈਨੇਡਾ ਵਿੱਚ ਹੋਏਗੀ। ਅੱਜ ਤੋਂ ਹੀ ਸਾਰਿਆਂ ਨੂੰ ਨਿੰਦਾ ਉਹਦੇ ਬਾਰੇ ਵੀ ਜੀ। ਸਟੂਡੈਂਟਸ ਗਏ ਨੇ, ਉਹਨੇ ਆਪਣੀ ਸਭਾਵਾਂ ਬਣਾਈਆਂ ਨੇ, ਆਪਣੀ ਮਾਂ ਬੋਲੀ ਲਈ ਲਿਖਦੇ ਨੇ, ਆਪਣੇ ਲਈ ਕੁਝ ਲਿਖਦੇ ਨੇ। ਸੋ ਇੱਦਾਂ ਦਾ ਮਾਂ ਬੋਲੀ ਤੋਂ ਇਹ ਤਾਂ ਰਹਿਣੀ ਹੈ। ਸੋ ਬੇਸ਼ੱਕ ਉਹ ਇੱਥੇ ਸੀਗੇ, ਤੁਹਾਨੂੰ ਲੱਗਦਾ ਵੀ ਇੱਥੋਂ ਚਲੇ ਗਏ ਕਰਕੇ ਇੱਥੇ ਮਾਂ ਬੋਲੀ ਲਈ ਕੋਈ ਘਾਟਾ ਹੋਏਗਾ, ਪਰ ਇਹ ਨਹੀਂ ਭੁੱਲਣਾ ਵੀ ਕੈਨੇਡਾ ਜਾ ਕੇ ਵੀ ਉਹ ਮਾਂ ਬੋਲੀ ਲਈ ਬੜੇ ਚਿੰਤਾ ਵਿੱਚ ਨੇ, ਉਹ ਬੜਾ ਕੁਛ ਕਰ ਰਹੇ ਨੇ। ਸੋ ਹਾਂ, ਕੈਨੇਡਾ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਟੂਡੈਂਟਸ ਦਾ ਜਾਣਾ, ਬਹੁਤ ਸਾਰੇ ਪੈਸੇ ਲੈ ਕੇ ਜਾਣਾ, ਇਹ ਮੇਰੇ ਪੰਜਾਬ ਲਈ ਬਹੁਤ ਵਧੀਆ ਗੱਲ ਨਹੀਂ। ਪਰ ਮੇਰਾ ਖਿਆਲ ਹੈ ਸਾਡੀਆਂ ਜਿਹੜੀਆਂ ਹਕੂਮਤਾਂ ਨੇ, ਸਾਡੀ ਗੌਰਮੈਂਟ ਨੇ, ਮੈਂ ਤਾਂ ਅਕਸਰ ਈਮੇਲਸ ਵਗੈਰਾ ਵੱਡੇ ਮੁੱਖ ਮੰਤਰੀਆਂ ਤਾਈਂ, ਮਿਨਿਸਟਰਾਂ ਤਾਈਂ ਭੇਜਦਾ ਰਹਿੰਦਾ ਕਿ ਪੰਜਾਬ ਨੂੰ ਜੇ ਬਚਾਉਣਾ ਤਾਂ ਬੱਚਿਆਂ ਨੂੰ ਰੋਕੋ ਇੱਥੇ। ਹਾਂ, ਬੜਾ ਸਕਾਲਾ ਜਿਹਾ ਤਰੀਕਾ ਹੈ। 5 ਲੱਖ ਜੋਬਾਂ 20,000 ਰੁਪਈਏ ਵਾਲੀਆਂ ਕੱਲ੍ਹ ਨੂੰ ਕੱਢ ਦੇਣ, ਅੱਧੇ ਬੱਚੇ ਬਾਹਰ ਜਾਣੋਂ ਰੁਕ ਜਾਣਗੇ। ਸੋ ਜੋਬਾਂ ਹੈ ਨਹੀਂ ਗੀਆਂ, ਬੱਚੇ ਕਰਨ ਵੀ ਕੀ, ਮਾਂ ਬਾਪ ਕੀ ਕਰਨ। ਇਹ ਇੱਕ ਆਰਨ ਹੋ, ਇਹਦਾ ਹੱਲ ਤਾਂ ਕੋਈ ਲੱਭਣਾ ਪਏਗਾ ਵੀ, ਇਸ ਤਰ੍ਹਾਂ ਸਰਨਾ ਨਹੀਂ ਗਾ। ਆਈ ਹੋਪ ਦੈਟ ਵਿਲ ਇੱਕ ਦਿਨ ਇਸ ਜਿੰਨੀ ਪ੍ਰੋਬਲਮ ਹੈ ਹੱਲ ਹੋ ਜਾਏਗੀ। ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਤੇ 3 ਥਾਣਿਆਂ ਦੀ ਪੁਲਿਸ ਮੁਹੱਲਾ ਭਗਤ ਨਗਰ ਵਿੱਚ ਚੈਕਿੰਗ ਕੀਤੀ ਗਈ ਤੇ ਨਾਲ 3 ਤੋਂ 4 ਬੰਦੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ। ਇਸ ਮੌਕੇ ਥਾਣਾ ਮੁਖੀ ਮਾਡਲ ਟਾਊਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ। ਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਡੀਐਸਪੀ ਸਿਟੀ ਸਾਹਿਬ ਜੀ ਤੇ ਸਬ ਡਿਵੀਜ਼ਨ ਦੇ 3 ਐਸਐਚਓ ਅਸੀਂ ਜਿਹੜੇ ਨਸ਼ਾ ਦੇ ਜਿਹੜੇ ਸਮਗਲਰ ਨੇ ਉਹਨਾਂ ਦੇ 20-25 ਘਰਾਂ ਦੇ ਵਿੱਚ ਰੇਡ ਕੀਤੀ ਹੈ ਤੇ ਇਹ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਕੰਮ ਕਰਦੇ ਆ ਨਸ਼ੇ ਦਾ ਉਹਨਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਸੱਚ ਅਸੀਂ ਅਭਿਆਨ ਚਲਾਇਆ ਹੋਇਆ। ਜਿਹੜੇ ਸ਼ੱਕੀ ਬੰਦੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਪੁੱਛਗਿੱਛ ਕਰਾਂਗੇ। ਜੇ ਕੁਛ ਸਾਨੂੰ ਸਾਹਮਣੇ ਤੱਥ ਆਉਂਦੇ ਆ ਜੋ ਬਣਦੀ ਕਾਰਵਾਈ ਅਸੀਂ ਉਹਨਾਂ ਤੇ ਕੀਤੀ ਜਾਵੇਗੀ। ਕਿਹੜੇ ਥਾਣੇ ਦੀ ਪੁਲਿਸ ਦੀ ਨਾਮ? ਇਹ ਸਾਡੇ ਨਾਲ ਐਸਐਚਓ ਸਦਰ ਸਾਹਿਬ ਤੇ ਐਸਐਚਓ ਸਿਟੀ ਤੇ ਡੀਐਸਪੀ ਸਿਟੀ ਦੀ ਨਿਗਰਾਨੀ ਹੇਠ ਅਸੀਂ ਸਰਚ ਕੀਤੀ ਹੈ। ਕਿੰਨੇ ਕੁ ਸਰ ਆਪਣੀ ਜਿਹੜੀ ਹੈ ਕਿ ਨਸ਼ੇ ਦਾ ਜਿਹੜੀ ਪਰਚਾ ਦਿੱਤਾ ਵਾ, ਕੋਈ ਪਰਚਾ ਹੋਇਆ ਕਿਸੇ ਦਾ? ਨਹੀਂ, ਅਸੀਂ ਰਾਉਂਡ ਅਪ ਕਰ ਰਹੇ ਹਾਂ, ਅਜੇ ਚੱਲਣ ਰਹੀ ਹੈ ਸਰਚ ਸਾਡੀ ਤੇ ਉਸ ਤੋਂ ਬਾਅਦ ਜੋ ਸਾਡੇ ਸਾਹਮਣੇ ਆ ਗਿਆ ਉਸ ਮਿਲਿਆ ਤਾਂ ਅਸੀਂ ਉਹ 'ਤੇ ਕਾਰਵਾਈ ਕਰਾਂਗੇ। ਹੁਸ਼ਿਆਰਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਬੀਤੀ ਰਾਤ 10 ਵਜੇ 20 ਸਾਲ ਦੀ ਲੜਕੀ ਦੀਪਿਕਾ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੀਪਿਕਾ ਦੀ ਮਾਂ ਦੇ ਦੱਸਣ ਮੁਤਾਬਿਕ ਉਹਨਾਂ ਦੀ ਬੇਟੀ ਨੂੰ ਘਰ ਦੇ ਗੇਟ ਤੋਂ ਹੀ ਅਗਵਾ ਕੀਤਾ ਗਿਆ। ਦੂਜੇ ਪਾਸੇ ਪੁਲਿਸ ਦੇ ਕਹਿਣ ਮੁਤਾਬਿਕ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਮੇਰਾ ਕੁਲਵਿੰਦਰ ਕੌਰ ਆ ਭਾਜੀ। ਕੁਲਵਿੰਦਰ ਕੌਰ ਜੀ, ਕੀ ਗੱਲਬਾਤ ਹੋਈ ਬੇਟੀ ਨਾਲ? ਅਸੀਂ ਰਾਤੀ 9:15 ਵਜੇ ਗੇਟ ਖੜਕਿਆ ਮਾੜਾ ਜਿਹਾ, ਅਸੀਂ ਤਿੰਨੇ ਪਈਆਂ ਸੀ ਮਾਵਾਂ ਧੀਆਂ, ਉੱਠ ਕੇ ਆ ਗਏ, ਕਹਿੰਦੀ ਮੈਂ ਗੇਟ ਖੋਲਦੀ ਆ। ਉਹ ਮੇਰੀ ਬੇਟੀ ਇੱਕ ਇੱਥੋਂ ਪੜ੍ਹਦੇ ਚੋਂ ਲਾਪੇ ਦੇਖਣ, ਕਹਿੰਦੀ ਮੰਮੀ ਕੋਈ ਸਰਦਾਰ ਜਿਹਾ ਭਾਈ ਆ ਬਾਹਰ। ਮੈਂ ਨਾਲ ਹੀ ਆ ਗਈ, ਮੈਨੂੰ 4 ਮਿੰਟ ਦਾ ਹੀ ਫਰਕ ਪਿਆ। ਮੈਂ ਇੱਧਰ ਨੂੰ ਦੇਖਣ ਚਲ ਗਈ, ਮੈਂ ਕਿਹਾ ਤਾਈ ਦੇ ਵੜ ਗਈ ਦੌੜ ਕੇ। ਜਾਂ ਮੈਂ ਗਾਹਾਂ ਗਈ, ਉਹਦੀਆਂ ਚੱਪਲਾਂ ਖੁੱਲੀਆਂ ਪਈਆਂ ਸੀਗੀਆਂ, ਇੱਕ ਅੱਗੇ ਪਈ ਸੀ ਥੋੜ੍ਹੀ ਜਿਹੀ, ਇੱਕ ਪਿੱਛੇ ਪਈ ਸੀ। ਮੈਂ ਨਾਲ ਹੀ ਰੌਲਾ ਪਾਤਾ, ਪਤਾ ਨਹੀਂ ਕੌਣ ਲੈ ਗਿਆ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਕਹਿੰਦੇ ਕਿ ਪਹਿਲਾਂ ਵੀ ਇੱਕ ਵਾਰੀ ਇਦਾਂ ਹੋ ਚੁੱਕਾ ਹੈ। ਉਹਨਾਂ 2 ਵਾਰੀ ਹੋਇਆ, ਇੱਕ ਵਾਰੀ ਸਕੂਲੇ ਹੋਇਆ ਸੀਗਾ, ਪੜ੍ਹਦੀ ਸੀ। ਉਸ ਵੇਲੇ ਕੋਈ ਆਈ ਸੀ ਜਨਾਨੀ ਤੇ ਨਾਲ ਮੁੰਡਾ ਸੀਗਾ, ਕਹਿੰਦੀ ਮੈਂ ਇਹਦੀ ਸਿਸਟਰ ਬੋਲਦੀ ਆ।
ਉਹ ਉਹਦੀ ਸਹੇਲੀ ਕਹਿੰਦੀ ਇਹਦੀ ਸਿਸਟਰ ਵੱਡੀ ਕੋਈ ਨਹੀਂ, ਇਹਦੀ ਤਾਂ 7 ਸਾਲ ਦੀ ਭੈਣ ਆ ਛੋਟੀ, ਉਹਨਾਂ ਨੇ ਉਹਨੂੰ ਬਾਹਰ ਹੀ ਨਹੀਂ ਕੱਢਿਆ। ਮੈਂ ਤੇ ਮੇਰੇ ਹਸਬੈਂਡ ਦੋਨੇ ਅਸੀਂ ਗਏ ਆ। ਮੈਂ ਕਿਹਾ ਮੇਰੀ ਬੇਟੀ ਇਕੱਲੀ ਨਾ ਮੈਡਮ ਜੀ ਸਕੂਲੇ ਭੇਜੋ। ਕਹਿੰਦੇ ਬਹੁਤ ਵਧੀਆ, ਤੁਸੀਂ ਬੱਚੇ ਦੀ ਕੇਅਰ ਕਰਦੇ ਆ। ਮੈਂ ਕਿਹਾ ਅਸੀਂ ਆਪੇ ਲਿਜਾਣੀ, ਆਪੇ ਛੱਡਣੀ ਆ। ਉਹ ਤੋਂ ਬਾਅਦ ਉਹ ਆਈਲੈਟਸ ਕੋਰਸ ਪਾਤੀ ਆ। ਉੱਥੇ ਉਹਦੀ ਮੈਡਮ ਨੇ ਫੋਨ ਕੀਤਾ, ਮੈਡਮ ਜੀ ਤੁਸੀਂ ਇਹਨੂੰ ਲੈਣ ਆਏ ਆ। ਮੈਂ ਕਿਹਾ ਮੈਡਮ ਨਹੀਂ, ਮੈਂ ਤਾਂ ਕੰਮ 'ਤੇ ਆ, ਮੈਂ ਪੋਚੇ ਲਾਉਂਦੀ ਆ। ਕਹਿੰਦੀ ਇਹਦੀ ਮੰਮੀ ਦਾ ਥੱਲਿਓ ਫੋਨ ਆਇਆ ਵੀ ਮੈਂ ਇਹਦੀ ਮੰਮੀ ਆ, ਇਹਨੂੰ ਬਾਹਰ ਭੇਜ ਦਿਓ। ਮੈਂ ਕਿਹਾ ਮੈਡਮ ਜੀ ਇਕੱਲੀ ਨਾ ਭੇਜਿਓ, ਅਸੀਂ ਇਹਨੂੰ ਆਪੇ ਲੈਣ ਆਵਾਂਗੇ, ਆਪੇ ਛੱਡ ਕੇ ਜਾਵਾਂਗੇ। ਕਿਸੇ ਨਾਲ ਕੋਈ ਰੰਜਿਸ਼ ਹੋਵੇ ਪੁਰਾਣੀ ਜਾਂ ਕਿਸੇ ਨਾਲ ਪਤਾ ਹੋਵੇ ਸ਼ੱਕ ਕੋਈ ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾ ਮੇਰੀ ਬੇਟੀ ਦੀ ਕਦੀ ਅਸੀਂ ਸੁਣੀ ਆ, ਅਸੀਂ ਪੁੱਛੀ ਦਾ ਵੀ ਆ ਕਿ ਜੇ ਤੇਰੀ ਕੋਈ ਗੱਲਬਾਤ ਆ ਸਾਨੂੰ ਬੇਟਾ ਦੱਸ ਦੇ, ਅਸੀਂ ਆਪੇ ਹੀ ਕਰ ਦੇਣਾ। ਅੱਜ ਕੱਲ੍ਹ ਸਾਰੀ ਦੁਨੀਆ 'ਚ ਇਹੀ ਕੁਛ ਆ, ਕਰਦੇ ਹੀ ਆ, ਅਸੀਂ ਵੀ ਕਰ ਦੇਣਾ ਆ। ਪਰ ਮੇਰੀ ਬੇਟੀ ਦੀ ਕੋਈ ਗੱਲ ਨਹੀਂ ਸੀ। ਮੇਰੀ ਬੇਟੀ ਪਤਾ ਨਹੀਂ, ਉਹ ਬਾਹਰ ਹੀ ਦੱਸਦੇ ਆ ਸਾਰੇ ਵੀ 5 ਜਣੇ ਜਿਹੜੇ ਬੈਠੇ ਸੀ ਗੱਡੀ 'ਚ, ਬਹੁਤ ਫਾਸਟ ਗੱਡੀ ਗਈ ਆ। ਗੱਡੀ ਕਿਹੜੀ ਸੀਗੀ, ਕੁਛ ਲੱਗਾ ਪਤਾ? ਗੱਡੀ ਕੋਈ ਕਾਲੀ ਗੱਡੀ ਕੋਈ ਦੱਸਦਾ, ਮੈਨੂੰ ਇਦਾਂ ਨਹੀਂ ਪਤਾ। ਸਮਾਂ ਕਿੰਨੇ ਵਜੇ ਦਾ ਸੀਗਾ? 9:15 ਘਰੋਂ ਗਈ ਆ, 9:15 ਹੀ ਬਾਹਰ ਹੀ ਚਲ ਗਈ ਆ। ਬਸ ਆ ਨਾਲ ਹੀ ਤਾਂ ਸਾਡਾ ਰੋਡ ਆ। ਘਰ ਦੇ ਬੱਚੇ ਜਦੋਂ ਛੋਟੀ ਬੇਟੀ ਦੇਖ ਰਹੇ ਸੀ ਤਾਂ ਹਾਂਜੀ ਸਰਦਾਰ ਜੀ ਉਹ ਇੱਕੋ ਹੀ ਸੀਗਾ ਸਰਦਾਰ। ਕਹਿੰਦੀ ਮੰਮੀ ਪਾਰ ਕੋਈ ਭਾਈ ਆ ਨੰਗ ਦਾ ਦੀਦੀ ਦੇ ਨਾਲ। ਮੈਂ ਨਾਲ ਹੀ ਬਾਹਰ ਨਿਕਲੇ, ਨਾ ਮੈਨੂੰ ਸਰਦਾਰ ਭਾਈ ਦਿਸਿਆ, ਨਾ ਮੇਰੀ ਬੇਟੀ ਦਿਸੀ। ਕੁਛ ਲੱਗਾ ਪਤਾ ਜਾਂ ਕਿੱਦਾਂ, ਜਾਂ ਆਲੇ ਦੁਆਲੇ ਕੁਛ ਪਤਾ ਕੀਤਾ? ਕੁਛ ਨਹੀਂ ਸਰ, ਕੁੜੀ ਨੇ ਕੋਈ ਮੈਂ ਸਾਰੇ ਹੀ ਰੋਲਾ, ਕੁੜੀ ਨੇ ਨਹੀਂ ਪਾਇਆ, ਮੈਂ ਰੋਲਾ ਪਾਇਆ ਭਾਜੀ। ਉਹਦੀਆਂ ਚੱਪਲਾਂ ਦੇਖ ਕੇ ਮੈਂ ਕਿਹਾ ਮੇਰੀ ਕੋਈ ਕੁੜੀ ਲੈ ਗਿਆ ਚੱਕ ਕੇ। ਨਾਲੇ ਹੀ ਸਾਰੇ ਨਿਕਲੇ ਆਏ ਬਾਹਰ। ਪੁਲਿਸ ਪ੍ਰਸ਼ਾਸਨ ਕੀ ਕਹਿੰਦਾ? ਪੁਲਿਸ ਆਈ ਆ, ਰਾਤੀ ਦੇਖ ਕੇ ਗਈ ਆ। ਉਹਦੇ ਸਾਰੇ ਪ੍ਰੂਫ ਉਹਦੇ ਘਰ ਆ, ਬੇਟੀ ਦੇ ਪ੍ਰੂਫ ਦੇਖ ਕੇ ਗਈ ਆ। ਬਾਕੀ ਹੋਰ ਕੋਈ ਨਹੀਂ, ਕਹਿੰਦੇ 24 ਘੰਟੇ 'ਚ ਅਸੀਂ ਕੁਛ ਨਹੀਂ ਹਲੇ ਕਰ ਸਕਦੇ। 24 ਘੰਟੇ ਭਾਜੀ, ਮੈਂ ਤਾਂ ਗਰੀਬਣੀ ਆ, ਮੈਂ ਤਾਂ ਮੰਗ ਰੋਟੀਆਂ ਖੜਾ ਲਈ ਆ। ਮੇਰੀ ਇਹੀ ਮੰਗ ਆ, ਮੇਰੀ ਬੱਚੀ ਮੈਨੂੰ ਲੱਭ ਦਿਓ, ਮੇਰੀ ਗਰੀਬਣੀ ਦੀ ਬੱਚੀ ਲੱਭ ਦਿਓ। ਮੈਂ ਬਹੁਤ ਦੁੱਖਾਂ ਨਾਲ ਪਾਲੀ ਆ। ਕਿੰਨੇ ਬੱਚੇ ਆ ਤੁਹਾਡੇ? ਮੇਰੇ 2 ਹੀ ਬੇਟੀਆਂ ਆ। ਖੰਨਾ ਵਿੱਚ ਟਾਈਮ ਟੇਬਲ ਨੂੰ ਲੈ ਕੇ ਸਰਕਾਰੀ ਬੱਸ ਅਤੇ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਜੰਮ ਕੇ ਹੰਗਾਮਾ ਖੜਾ ਹੋ ਗਿਆ। ਪਰ ਇਹ ਹੰਗਾਮੇ ਦਾ ਖਮਿਆਜ਼ਾ ਸਵਾਰੀਆਂ ਨੂੰ ਭੁਗਤਣਾ ਪਿਆ। ਬਹਰਾਲ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ। ਆਖਿਰਕਾਰ ਮਾਜਰਾ ਕੀ ਹੈ? ਵਿਵਾਦ ਆਏ ਆ ਜੀ, ਦੇਖੋ ਮੈਂ ਸਾਂਝੇ ਤੌਰ ਤੇ ਖੜਾ, ਮੈਂ ਪ੍ਰਾਈਵੇਟ ਅੱਡਾ ਇੰਚਾਰਜ ਹਾਂ ਤੇ ਵਿਵਾਦ ਅਸੀਂ ਖੜ ਕੇ ਸਾਰਾ ਕੁਝ ਦੇਖਿਆ। ਇਹ ਗੱਡੀ ਚੱਲੀ ਆ ਸਿੰਡੀਕੇਟ ਖਟੜਾ ਹਾਈਵੇ ਦੀ ਗੱਡੀ 8:44 ਤੇ ਚੱਲੀ ਆ ਟਾਈਮ ਟੇਬਲ ਦੇ ਹਿਸਾਬ ਨਾਲ। ਸਰਕਾਰੀ ਟਾਈਮ ਟੇਬਲ ਰੋਡਵੇਜ ਵੱਲੋਂ ਬਣਾਇਆ ਗਿਆ ਆਰਟੀਓ ਸਾਹਿਬ ਵੱਲੋਂ ਨਵਾਂ। ਇਹ ਚੱਲੀ 8:44। ਗਵਰਨਮੈਂਟ ਨੇ ਲਿਖਿਆ ਵੀ 1 ਘੰਟਾ 15 ਮਿੰਟ 'ਚ ਖੰਨਾ ਆਊਟ ਕਰਨਾ, ਸਪੈਸ਼ਲ ਟਾਈਮ ਟੇਬਲ ਤੇ ਲਿਖਿਆ ਹੋਇਆ ਸਰਕਾਰ ਵੱਲੋਂ। ਕਿਉਂ ਦਿੱਤਾ ਆਏ ਨੇ ਵੀ ਜਦੋਂ ਗੱਡੀਆਂ ਤੇਜ਼ ਚੱਲਦੀਆਂ ਨੇ ਤਾਂ ਰਸਤੇ ਐਕਸੀਡੈਂਟ ਹੋਣ ਦੇ ਕਾਰਨ ਬਣਦੇ ਨੇ। ਪਟਿਆਲੇ ਤੋਂ ਲੈ ਕੇ ਸਰਹੰਦ ਤੱਕ ਸਿੰਗਲ ਰੋਡ ਆ, ਬਹੁਤ ਮੌਤਾਂ ਹੋ ਚੁੱਕੀਆਂ ਨੇ। ਸਰਕਾਰ ਨੇ ਇਹ ਚੀਜ਼ ਨੂੰ ਨਿਗਾਹ 'ਚ ਰੱਖਦੇ ਹੋਏ ਟਾਈਮ ਵਧਾਤਾ ਵੀ ਆਪਣੀ ਸਪੀਡ ਲਿਮਟ ਕਰੋ, ਟਾਈਮ ਸਾਰਿਆਂ ਨੂੰ ਇੱਕੋ ਜਿਹਾ ਮਿਲੂਗਾ। ਇਹ ਜਿਹੜੀ ਬਟਾਲਾ ਇਹ ਚੱਲਦੀ ਆ 8:59 ਤੇ, ਪ੍ਰਾਈਵੇਟ ਚੱਲੀ 8:44 15 ਮਿੰਟ ਦਾ ਗੈਪ, ਪਰ ਗੱਡੀਆਂ ਸਰਹੰਦ ਇਕੱਠੀਆਂ ਹੋ ਗਈਆਂ। ਤੁਸੀਂ ਮੈਨੂੰ ਦੱਸ, ਕੋਈ ਵੀ ਬੰਦਾ ਦੱਸ ਸਕਦਾ ਵੀ 15 ਮਿੰਟ ਗੱਡੀ ਚੱਲੀ ਸਰਹੰਦ ਕਿਵੇਂ ਕ੍ਰੋਸ ਕਰ ਜੂ? ਖੰਨੇ ਆ ਕੇ ਫਿਰ ਉਹ 50 ਮਿੰਟ 'ਚ ਖੰਨੇ ਪਹੁੰਚ ਗਿਆ ਪਟਿਆਲਿਓਂ। 50 ਮਿੰਟ 'ਚ ਗੱਡੀ ਜੇ ਕਿਤੇ ਵੀ ਨਹੀਂ ਤੁਸੀਂ ਰੋਕਦੇ ਪਟਿਆਲੇ ਅੱਡੇ ਚੱਲ ਕੇ ਤਾਂ ਵੀ ਨਹੀਂ ਪਹੁੰਚਦੀ। ਗੋਬਿੰਦਗੜ੍ਹ ਉੱਪਰ ਨਹੀਂ ਥੱਲੇ ਨਹੀਂ ਜਾਂਦੇ, ਕਿਤੋਂ ਸਵਾਰੀ ਨਹੀਂ ਚੱਕਦੇ। ਉਹ 'ਚ 7-8 ਸਵਾਰੀਆਂ ਸੀਗੀਆਂ ਕੁੱਲ। ਇੱਥੇ ਰੌਲਾ ਹੀ ਪਿਆ, ਇਹਨਾਂ ਨੇ ਪਿਆ ਮੂਰਲੀ ਗੱਡੀ ਵਾਲੇ ਨੇ ਕਿਹਾ ਵੀ ਸਾਡੇ 2 ਮਿੰਟ ਰਹਿੰਦੇ ਨੇ ਬਾਈ ਜੀ, ਤੁਹਾਡਾ 15 ਮਿੰਟ ਬਾਅਦ ਟਾਈਮ ਆ, 2 ਮਿੰਟ ਰੁਕ ਜਾਓ। ਉਹ ਕਹਿੰਦਾ ਸਾਨੂੰ ਨਹੀਂ ਕੋਈ ਰੋਕ ਸਕਦਾ, ਸਾਡਾ ਕੋਈ ਟਾਈਮ ਟੇਬਲ ਨਹੀਂ, ਅਸੀਂ ਤਾਂ ਇੱਕਣੇ ਜਾਵਾਂਗੇ। ਇੱਕਣੇ ਜੀ ਇਹ ਵਿਵਾਦ ਵੱਧ ਗਿਆ। ਤੁਹਾਨੂੰ ਲੱਗ ਰਿਹਾ ਜੀ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਪ੍ਰਾਈਵੇਟ ਬੱਸਾਂ ਨੂੰ? ਦੇਖੋ ਜੀ, ਪ੍ਰਾਈਵੇਟ ਦਾ ਪਹਿਲਾਂ ਮੰਦੇ ਹਾਲ 'ਚ ਆ, ਪਰ ਜਦੋਂ ਜਿਹਦੇ ਇੱਕ ਸਰਕਾਰੀ ਗੱਡੀ ਟਾਈਮ ਟੇਬਲ ਬਣਾਇਆ ਤਾਂ ਆਪਣੇ ਟਾਈਮ ਨਾਲ ਚੱਲੇ। ਇਹ ਤਾਂ ਜਾਣਬੁੱਝ ਕੇ ਜਿੱਦਾਂ ਇਹਨਾਂ ਦਾ ਟੱਲਿਆ, ਮੈਂ ਤਾਂ ਅੱਜ ਪਤਾ ਲੱਗਿਆ ਵੀ ਰੋਜ਼ ਹੀ ਰੱਪੜ ਆਏ। ਬਟਾਲਾ ਡਿਪੂ ਦੀ ਗੱਡੀ 50 ਮਿੰਟ 'ਚ ਖੰਨੇ ਕਿਵੇਂ ਪਹੁੰਚਦੀ ਆ, ਮੈਨੂੰ ਤਾਂ ਇਹੀ ਦੱਸਿਆ ਜਾਵੇ ਸਾਨੂੰ। ਪਟਿਆਲਿਓਂ ਕਾਊਂਟਰ ਤੋਂ ਚੱਲ ਕੇ ਖੰਨੇ 50 ਮਿੰਟ 'ਚ ਖੰਨਾ ਪਹੁੰਚਦੀ ਆ ਗੱਡੀ। ਕਿਹੜੇ ਸਪੀਡ ਨਾਲ ਆਉਂਦੀ ਆ, ਕਿਹੜੇ ਉਹ ਸਟਾਪ ਨਹੀਂ, ਗੋਬਿੰਦਗੜ੍ਹ ਥੱਲੇ ਨਹੀਂ ਜਾਂਦੀ। ਕੋਈ ਵੀ ਸਰਕਾਰੀ ਗੱਡੀ ਥੱਲੇ ਨਹੀਂ ਜਾਂਦੀ, ਪ੍ਰਾਈਵੇਟ ਜਾਂਦੀਆਂ ਨੇ। ਕੀ ਇਹਨਾਂ ਨੂੰ ਲੋੜ ਨਹੀਂ ਵੀ ਗੋਬਿੰਦਗੜ੍ਹ ਥੱਲੇ ਜਾਣ ਜਾਂ ਕਿਤੋਂ ਰਾਹ 'ਚੋਂ ਸਵਾਰੀ ਚੱਕਣ? ਇਹ ਥੋੜ੍ਹਾ ਵੀ ਸਰਕਾਰ ਦੀ ਗੱਡੀ ਆ ਵੀ 4 ਚੜੀਆਂ ਸਿੱਧੀ ਜਾ ਕੇ ਬਟਾਲੇ ਰੋਕੀ ਜਾਊਗੀ। ਸੁਪਰੀਮ ਕੋਰਟ ਨੇ ਅੱਜ ਵੱਖ-ਵੱਖ ਹਾਈ ਕੋਰਟਾਂ ਤੋਂ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰਨ ਵਾਲੀਆਂ
ਵੱਖ-ਵੱਖ ਪਟੀਸ਼ਨਾਂ ਨੂੰ ਆਪਣੇ ਕੋਲ ਤਬਦੀਲ ਕਰ ਦਿੱਤਾ ਹੈ। ਇਹ ਮਾਮਲਾ ਚੀਫ ਜਸਟਿਸ ਜੀ.ਵਾਈ. ਚੰਦਰਚੂੜ, ਜਸਟਿਸ ਪੀ.ਐਸ. ਨਰਸਿਮਾ ਅਤੇ ਜਸਟਿਸ ਪੀ.ਐਸ. ਨਰਸਿਮਾ ਦੀ ਬੈਂਚ ਅੱਗੇ ਸੂਚੀਬੱਧ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਭੇਜਦੇ ਹੋਏ ਬੈਂਚ ਨੇ 15 ਫਰਵਰੀ ਤੱਕ ਜਵਾਬ ਵੀ ਮੰਗਿਆ ਹੈ ਤੇ ਹੁਣ ਇਸ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਦੀ ਅਗਵਾਈ ਵਿੱਚ ਕਮੇਟੀ ਦੀ ਇੱਕ ਵਫਦ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਮ ਮੰਗ ਪੱਤਰ ਦੇ ਕੇ ਦਿੱਲੀ ਦੇ ਸਿੱਖ ਆਗੂਆਂ ਸਰਨਾ ਭਰਾਵਾਂ ਵਿਰੁੱਧ ਨਸ਼ਿਆਂ ਦੇ ਕਾਰੋਬਾਰ ਹੋਣ ਦੇ ਕਥਿਤ ਦੋਸ਼ ਲਗਾਉਂਦਿਆਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ ਕੀਤੀ ਗਈ। ਬਾਅਦ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲੋ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਨਿੱਜੀ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰਕੇ ਅਜੇ ਤੱਕ ਆਪਣੇ ਕਿਸੇ ਚੈਨਲ ਰਾਹੀਂ ਪ੍ਰਸਾਰਣ ਸ਼ੁਰੂ ਨਹੀਂ ਕੀਤਾ ਗਿਆ। ਸਰਨਾ ਭਰਾਵਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜੋ ਸਰਨਾ ਭਰਾਵਾਂ ਦੇ ਪਰਿਵਾਰ ਦੀਆਂ ਫੈਕਟਰੀਆਂ ਸੀ ਉਹਨਾਂ ਦੇ ਖਿਲਾਫ। ਇਹ ਜੱਗ ਜ਼ਾਹਿਰ ਹੈ ਕਿ ਸਰਨਾ ਭਰਾਵਾਂ ਦੇ ਕਿਹੜੇ ਮੈਂਬਰ ਜਿਹੜੇ ਆ ਉਹ ਨਸ਼ੇ ਦੇ ਕਾਰੋਬਾਰ 'ਚ ਆ। ਉਹਨਾਂ ਨੂੰ ਨੋਟਿਸ ਈਡੀ ਅਖਬਾਰਾਂ ਦੇ ਵਿੱਚ ਸਭ ਦੇ ਨਾਮ ਆ ਚੁੱਕੇ ਆ। ਪਰਮਜੀਤ ਸਿੰਘ ਸਰਨਾ ਜਾਂ ਹਰਵਿੰਦਰ ਸਿੰਘ ਸਰਨਾ ਨੂੰ ਈਡੀ ਨੇ ਕਦੀ ਤਲਬ ਕੀਤਾ ਇਸ ਮਾਮਲੇ ਦੇ ਵਿੱਚ? ਦੇਖੋ ਅਸੀਂ ਪਰਿਵਾਰ ਦੀ ਗੱਲ ਕਰ ਰਹੇ ਹਾਂ। ਜੇ ਕਿਸੇ ਪਰਿਵਾਰ ਦੇ ਵਿੱਚ ਜਦੋਂ ਆਪਾਂ ਪਰਿਵਾਰ ਦੀ ਗੱਲ ਕਰਦੇ ਹਾਂ, ਹਾਂਜੀ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਇੱਕ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਤੁਸੀਂ ਹੁਣੇ ਦੱਸਿਆ ਰਣਜੀਤ ਸਿੰਘ ਸਰਨਾ ਜੀ ਉਹ ਵੀ ਇਸ ਫਿਰ ਉਹ ਵੀ ਜਿੰਨੇ ਪਰਮਜੀਤ ਸਿੰਘ ਸਰਨਾ ਜਾਂ ਹਰਵਿੰਦਰ ਸਿੰਘ ਸਰਨਾ ਦੋਸ਼ੀ ਹੋਏ ਉਹ ਵੀ ਉਸ ਹਿਸਾਬ ਸਿਰ ਫਿਰ ਦੋਸ਼ੀ ਹੋਏ ਤੇ ਪਰਿਵਾਰ ਦੀ ਗੱਲ ਕਰਦੇ ਫਿਰ ਉਹ ਵੀ ਦੋਸ਼ੀ ਹੋਏ। ਨਹੀਂ ਪਰਿਵਾਰ ਦੀ ਗੱਲ ਕਰ ਰਹੇ ਆ ਕਿ ਉਹਨਾਂ ਦੀ ਜੋ ਉਹਨਾਂ ਦੀ ਬੇਟੀ ਹੈ ਉਸ ਨੂੰ ਤਲਬ ਕੀਤਾ ਗਿਆ ਸੀਬੀਆਈ ਵੱਲੋਂ, ਈਡੀ ਵੱਲੋਂ, ਔਰ ਉਹਨਾਂ ਦੇ ਖਿਲਾਫ ਨੋਟਿਸ ਵੀ ਇਸ਼ੂ ਹੋਏ ਆ, ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਈ ਆ, ਉਹਨਾਂ ਦੇ ਖਿਲਾਫ ਕੇਸ ਵੀ ਹੋਇਆ। ਫਿਰ ਸਰਨਾ ਸਾਹਿਬ ਵੀ ਦੋਸ਼ੀ ਹੋਏ? ਕੋਈ ਰਿਸ਼ਤੇਦਾਰੀ? ਜਦੋਂ ਰਿਸ਼ਤੇਦਾਰੀ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਬਿਲਕੁਲ ਦੋਸ਼ੀ ਨਹੀਂ। ਅਗਲੇ ਘਰ ਨਹੀਂ ਚਲੇਗੀ ਜੀ, ਪਰਿਵਾਰ ਤੇ ਉਹਨਾਂ ਦਾ ਹੀ ਆ ਨਾ, ਅਗਲੇ ਘਰ ਕਿਵੇਂ ਚਲੇਗੀ? ਪਰਿਵਾਰ ਤੇ ਉਹਨਾਂ ਦੇ ਉਸੇ ਪਰਿਵਾਰ ਦੇ ਵਿੱਚੋਂ ਹੀ ਆ ਨਾ, ਉਸੇ ਅੱਜ ਉਹਨਾਂ ਦੇ ਕਿ ਸੁਖਬੀਰ ਸਿੰਘ ਬਾਦਲ ਦੇ ਅਗਲੇ ਪਰਿਵਾਰ ਤੋਂ ਕੀ ਸਰਨਾ ਸਾਹਿਬ ਜਿਹੜੇ ਆ ਉਹ ਉਹਨਾਂ ਨੂੰ ਸ਼ੈਲਟਰ ਦਿੰਦੇ ਆ ਆਪਣੇ ਰਿਸ਼ਤੇਦਾਰਾਂ ਨੂੰ, ਫਿਰ ਉਹ ਦੋਸ਼ੀ ਹੋਣਗੇ? ਬਿਲਕੁਲ ਸ਼ੈਲਟਰ ਦਿੰਦੇ। ਸ਼ੈਲਟਰ ਦੇਣ ਕਰਕੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ। ਪਿਛਲੇ 20-22 ਸਾਲਾਂ ਤੋਂ ਲਗਾਤਾਰ ਉਹ ਪਾਣੀ ਪੀ ਕੇ ਕੋਸਦੇ ਸੀ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 20 ਸਾਲਾਂ ਤੋਂ ਸਰਨਾ ਭਰਾ ਜਿਹੜੇ ਕੋਸਦੇ ਆਏ ਸੀ, ਅੱਜ ਐਸਾ ਕੀ ਉਹਨਾਂ ਦਾ ਪਿਆਰ ਜਾਗ ਪਿਆ ਕਿ ਉਹ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਹਦਾ ਕਾਰਨ ਇਹੀ ਸੀ ਕਿ ਉਹਨਾਂ ਨੂੰ ਪੰਥਕ ਕਵਚ ਚਾਹੀਦਾ ਸੀ, ਉਹਨਾਂ ਨੂੰ ਸ਼ੈਲਟਰ ਚਾਹੀਦਾ ਸੀ ਈਡੀ ਸੀਬੀਆਈ ਤੋਂ ਬਚਣ ਲਈ, ਜਿਹਦੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੇ ਇਹ ਜਿਹੜਾ ਕਦਮ ਪੁੱਟਿਆ। ਹਰਮੀਤ ਸਿੰਘ ਕਾਲਕਾ ਤੇ ਤੁਹਾਡੇ ਵੱਲੋਂ ਵੀ ਜਿਹੜਾ ਸੀ ਉਹ ਸਿਰਸਾ ਸਾਹਿਬ ਦੇ ਖਿਲਾਫ ਕਾਫੀ ਕੁਝ ਬੋਲਿਆ ਜਾਂਦਾ ਸੀ। ਅੱਜ ਆਪਾਂ ਵੀ ਨਾਲ ਇਕੱਠੇ ਹੋ ਕੇ ਜੁੜਦੇ ਆ, ਕਿਤੇ ਨਾ ਕਿਤੇ ਸਾਂਝ ਪੈ ਜਾਂਦੀ ਹੈ, ਕਿਤੇ ਨਾ ਕਿਤੇ ਤੇ ਸਾਂਝ ਪੈ ਜਾਂਦੀ ਹੈ। ਨਹੀਂ, ਸਾਡੇ ਵੱਲੋਂ ਜਦੋਂ ਸਿਰਸਾ ਸਾਹਿਬ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਸਾਰੀ ਟੀਮ ਇੱਕ ਸੀ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹ ਮੈਂਬਰ ਨਹੀਂ ਬਣੇ, ਉਹ ਉਹਨਾਂ ਦੂਸਰੀ ਪਾਰਟੀ ਜੁਆਇਨ ਕਰ ਲਈ ਆ। ਠੀਕ ਹੈ, ਉਹ ਸਰਕਾਰ ਦੇ ਨੁਮਾਇੰਦੇ ਆ, ਲੇਕਿਨ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਚਲਾ ਰਹੀ ਹੈ, ਇੰਡੀਪੈਂਡੈਂਟ ਪ੍ਰਬੰਧ ਚਲਾ ਰਹੀ ਹੈ। ਕੋਈ ਐਸਾ ਕੋਈ ਇੱਕ ਸ਼੍ਰੋਮਣੀ ਕਮੇਟੀ ਤੇ ਗੋਲਕ ਦਾ ਦੋਸ਼ ਲਾਇਆ ਕਿ ਸਰਨੇ ਭਰਾਵਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ, ਤੇ ਕੀ ਸਬੂਤ ਨੇ ਕਿ ਕਿੰਨਾ ਕੁ ਖਰਚ ਕਰ ਚੁੱਕੇ ਨੇ? ਕਰੋੜਾਂ ਰੁਪਏ ਕਹਿ ਰਹੇ। ਇਹਦਾ ਸਬੂਤ ਹੈ ਕਿ ਹੁਣੇ ਰੀਸੈਂਟਲੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਜਿਹੜੀ ਸਰਨਾ ਸਾਹਿਬ ਨੇ ਕੀਤੀ ਆ, ਜਿਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਉਹਨਾਂ ਦੇ ਨਾਲ ਬੈਠੇ ਆ, ਉਹਦੇ ਵਿੱਚ ਉਹਨਾਂ ਨੇ 5-5 ਕਰੋੜ ਰੁਪਈਆ ਜਿਹੜਾ ਹੈ ਉਹ ਚਾਹੇ ਦਿੱਲੀ ਨੂੰ ਦੇਣ ਵਾਸਤੇ ਗੱਲ ਕੀਤੀ ਆ। ਜਿਹੜੇ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿੱਚ ਆਲਰੇਡੀ ਕਰ ਰਹੀ ਆ, ਉੱਥੇ ਫ੍ਰੀ MRI ਕਰ ਰਹੀ ਆ, ਫ੍ਰੀ ਡਾਇਲਿਸਿਸ ਕਰ ਰਹੀ ਆ, CT ਸਕੈਨ ਕਰ ਰਹੀ ਆ, ਯਾਤਰਾਵਾਂ ਜਿਹੜੀਆਂ ਸੰਗਤ ਦੀਆਂ ਦਿੱਲੀ ਦੀਆਂ ਉਹਨਾਂ ਨੂੰ ਮੁਹੱਈਆ ਕਰਾਈ ਜਾ ਰਹੀਆਂ ਬੱਸਾਂ ਦਿੱਲੀ ਕਮੇਟੀ ਵੱਲੋਂ। ਤੇ ਮੈਂ ਸਮਝਦਾ ਉਸੇ ਕੰਮ ਨੂੰ ਰਿਪੀਟ ਕਰਨਾ ਇਹ ਸਰਨਾ ਭਰਾਵਾਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਸੀ, ਨਾ ਕਿ ਸੰਗਤ ਦੀ, ਕਿਉਂਕਿ ਸੰਗਤ ਨੂੰ ਤਾਂ ਸੁਵਿਧਾ ਮਿਲ ਰਹੀ ਸੀ। ਜੇ ਸ਼੍ਰੋਮਣੀ ਕਮੇਟੀ ਕਰਨਾ ਚਾਹੁੰਦੀ ਸੀ ਤੇ ਪੰਜਾਬ ਦੇ ਵਿੱਚ MRI ਫ੍ਰੀ ਕੀਤੀ ਜਾ ਸਕਦੀ ਸੀ, CT ਸਕੈਨ ਕੀਤੇ ਜਾ ਸਕਦੇ ਆ,
ਮੈਡੀਕਲ ਸੁਵਿਧਾ ਫ੍ਰੀ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਜਾ ਕੇ ਦੇਣ ਦੀ ਕੀ ਲੋੜ ਪੈ ਗਈ। ਫਿਰੋਜ਼ਪੁਰ ਵਿੱਚ ਨਾਜਾਇਜ਼ ਸਬੰਧ ਦਾ ਵਿਰੋਧ ਕਰਨ ਤੇ ਇੱਕ ਵਿਅਕਤੀ ਨੇ ਦਸਤੀ ਕਿਰਚ ਨਾਲ ਵਾਰ ਕਰਕੇ ਔਰਤ ਨੂੰ ਜ਼ਖਮੀ ਕਰਨ ਅਤੇ ਉਸ ਦੀ ਬਿਊਟੀ ਪਾਰਲਰ ਦਾ ਸਮਾਨ ਟਰਾਲੀ ਵਿੱਚ ਪਾ ਕੇ ਲਿਜਾਣ ਦੇ ਦੋਸ਼ ਵਿੱਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਸਮੇਤ 2-3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਜੋਗਿੰਦਰ ਸਿੰਘ ਨਾਲ ਮਿਲਣਾ ਜੁਲਣਾ ਬੰਦ ਕਰ ਦਿੱਤਾ ਸੀ, ਪਰ ਜੋਗਿੰਦਰ ਸਿੰਘ ਉਸ ਨੂੰ ਮਿਲਣ ਲਈ ਮਜਬੂਰ ਕਰਦਾ ਰਹਿੰਦਾ ਸੀ, ਪਰ ਉਸ ਦਾ ਵਿਰੋਧ ਕਰਦੀ ਰਹਿੰਦੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤੇ ਮੇਰੇ ਪਾਪਾ ਦੀ 19 ਦਸੰਬਰ ਨੂੰ ਡੈਥ ਹੋ ਗਈ ਤੇ ਇਦਾਂ ਹੀ ਘਰ ਕੁਝ ਪੁੱਛਣ ਦੱਸਣ ਵਾਲੇ ਆ ਰਹੇ ਸੀ। ਮੇਰੇ ਮੰਮਾ ਇੱਕ ਪਾਰਲਰ ਦਾ ਕੰਮ ਕਰਦੇ, ਮਿਹਨਤ ਮਜ਼ਦੂਰੀ ਕਰਦੇ ਆ ਤੇ ਸਾਡੇ ਘਰ ਪੁੱਛਣ ਦੱਸਣ ਵਾਲੇ ਆ ਰਹੇ ਸੀਗੇ ਤੇ ਇੱਕ ਸਾਡੇ ਪਿੰਡ ਦਾ ਹੀ ਬੰਦਾ ਹੈ ਜੋਗਿੰਦਰ ਸਿੰਘ, ਜਿਸ ਨੇ ਕਿ ਜਦੋਂ ਸਾਡੇ ਘਰ ਪੁੱਛਣ ਦੱਸਣ ਵਾਲੇ ਆ ਰਹੇ ਸੀ ਉਹ ਸਾਡੇ ਪਾਰਲਰ ਵੱਲ ਜਾ ਕੇ ਦੁਕਾਨ ਚਾਬੀਆਂ ਉਹਦੇ ਕੋਲ ਸੀਗੀਆਂ ਤੇ ਉਹਨੇ ਪਾਰਲਰ ਵਾਲੀ ਦੁਕਾਨ ਵਿੱਚ ਨਾ ਸਮਾਨ ਕੱਢਣ ਲੱਗ ਪਿਆ ਉਹ। ਤੇ ਮੰਮਾ ਜਦੋਂ ਪਤਾ ਲੱਗਾ ਵੀ ਤਾਂ ਉਹਨਾਂ ਦੁਕਾਨਦਾਰ ਜਾ ਲਾਗੇ ਚਾਗੇ ਹੈਗੇ ਸੀ, ਉਹਨਾਂ ਦੱਸਿਆ ਕਿ ਤੁਹਾਡੇ ਇੱਥੇ ਸਮਾਨ ਕੱਢੀ ਜਾਂਦੇ। ਤੇ ਮੰਮਾ ਜਦੋਂ ਪਿੱਛੇ ਗਏ ਉਹਨੂੰ ਵੀ ਸਾਡਾ ਸਮਾਨ ਕਿਉਂ ਕੱਢ ਰਹੇ ਹੋ, ਤੇ ਉਸਨੇ ਫਿਰ ਉਹਨੂੰ ਫੜ ਕੇ ਤੇ ਕਿਰਚਾਂ ਨਾਲ ਮਾਰਿਆ ਉਹਨੂੰ। ਤੇ ਮੌਕੇ ਤੇ ਬੰਦੇ ਸੀਗੇ ਜਿਨ੍ਹਾਂ ਮੇਰੀ ਮੰਮੀ ਨੂੰ ਸੰਭਾਲਿਆ, ਪਰ ਉਹ ਬੰਦਾ ਉਸ ਟਾਈਮ ਉਹਦੇ ਨਾਲ ਕੁਝ ਹੋਰ ਵੀ ਸੀਗੇ ਤੇ ਭੱਜ ਗਏ ਉੱਦਾਂ ਹੀ ਮੋਟਰਸਾਈਕਲ ਤੇ ਕੋਈ ਪਕੜ ਨਹੀਂ ਸਕੇ। ਫਿਰ ਮੰਮਾ ਦੀ ਹਾਲਤ ਬਹੁਤ ਸੀਰੀਅਸ ਸੀ, ਫਿਰ ਉਹਨੂੰ ਉੱਦਾਂ ਹੀ ਫਿਰ ਹਸਪਤਾਲ ਵਿੱਚ ਲੈ ਗਏ ਤੇ ਉਹ ਬੰਦਾ ਉਸ ਟਾਈਮ ਫੜਿਆ ਨਹੀਂ ਗਿਆ। ਅਸੀਂ ਗਰੀਬ ਘਰ ਦੇ, ਸਾਨੂੰ ਨਿਆਂ ਚਾਹੀਦਾ ਹੈ। ਸਾਡਾ ਮੇਰੇ ਪਾਪਾ ਦੀ ਵੀ ਡੈਥ ਹੋ ਚੁੱਕੀ ਹੈ ਤੇ ਸਾਡਾ ਹੁਣ ਕੋਈ ਰਹਿ ਵੀ ਨਹੀਂ ਗਿਆ ਤੇ ਕੋਈ ਕੀ ਕਰ ਸਕਦਾ, ਨਾ ਸਾਡੇ ਕੋਲ ਪੈਸੇ ਹੈਗੇ ਨੇ, ਸਾਨੂੰ ਬਸ ਇਨਸਾਫ ਚਾਹੀਦਾ ਹੈ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।